सारी संगत सोने उपदेश हृदय बसावो, सोने उपदेश हृदय बसावो। बोलो भैनो सोने उप सारे गुरमुख सोने उपदेश हृदय बसावो। बोलो भैनो सोने उप सोने उपदेश हृदय बसावो, सोने उपदेश हृदय बसावो। मन इच्छे नानक फल पावो, मन इच्छे नानक फल पावो। पूरे गुर का सोने उपदेश, सोने उपदेश सारे पूरे गुर का सोने उपदेश, सोने उपदेश। सारे वाहिगुरु 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 वाह। सारिਆਂ ਦੀ ਆਵਾਜ਼ ਨਹੀਂ ਜੀ ਆ ਰਹੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰ ਗੁਰ ਕਾ ਸੁਨ ਉਪਦੇਸ਼ ਸੁਨ ਉਪਦੇਸ਼ ਗੁਰ ਗੁਰ ਕਾ ਸੁਨ ਉਪਦੇਸ਼ ਸੁਨ ਉਪਦੇਸ਼। ਸਾਰੀ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰ ਦੇ ਵਿੱਚ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਹੜਾ ਕੰਮ ਕਰਾਂ ਤੇ ਕਿਹੜਾ ਨਾ ਕਰਾਂ, ਕਿੱਥੋਂ ਸੜਕ ਲਾਓਗੇ? ਕੀ ਖਾਣਾ ਜਾਇਜ਼ ਹੈ ਤੇ ਕੀ ਖਾਣਾ ਨਹੀਂ ਜਾਇਜ਼, ਕਿੱਥੋਂ ਸੜਕ ਲਾਓਗੇ? ਕੀ ਬੋਲਣਾ ਜਾਇਜ਼ ਹੈ ਕੀ ਬੋਲਣਾ ਨਹੀਂ ਜਾਇਜ਼, ਕਿੱਥੋਂ ਸੜਕ ਲਾਓਗੇ? ਗ੍ਰਸਤੀ ਵਿੱਚ ਕਿਵੇਂ ਚੱਲਾਂ, ਸਮਾਜ ਵਿੱਚ ਕਿਵੇਂ ਚੱਲਾਂ, ਧਾਰਮਿਕ ਸੁਸਾਇਟੀ 'ਚ ਕਿਵੇਂ ਚੱਲਾਂ, ਕਿੱਥੋਂ ਸੜਕ ਲਾਓਗੇ? ਆਪੋ ਸਤਿਨਾਮ ਸ੍ਰੀ ਵਾਹਿਗੁਰੂ। ਕਿੰਨੀ ਕੁ ਨੀਂਦਰ ਲੈਣੀ ਚਾਹੀਦੀ, ਕਿੱਥੋਂ ਸੜਕ ਲਈ? ਕਿੰਨਾ ਕੁ ਸੋਵੇਂ ਬੰਦਾ ਤੇ ਆਲਸੀ ਹੈ, ਕਿੰਨਾ ਕੁ ਸੋਵੇਂ ਤੇ ਰੱਬ ਵੱਲੋਂ ਗੁਰੂ ਵੱਲੋਂ ਜਾਇਜ਼ ਹੈ, ਕਿੱਥੋਂ ਸੜਕ ਲਾਵੇ? ਇਹ ਜਿੰਨੇ ਆ ਸੰਗਤਾਂ ਬੈਠੀਆਂ ਜੇ ਦੋ ਜਗ੍ਹਾ ਤੋਂ ਸੜਕ ਲੈ ਸਕਦੇ, ਕਿਵੇਂ ਚੱਲਣਾ ਕਿਵੇਂ ਨਹੀਂ। ਉਹ ਦੋ ਜਗ੍ਹਾ ਕਿਹੜੀਆਂ ਨੇ? ਇੱਕ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਖੋ ਸਤਿਨਾਮ। ਦੂਸਰੀ ਜਗ੍ਹਾ ਕਿਹੜੀ ਹੈ ਜਿੱਥੋਂ ਸੜਕ ਲੈਣੀ ਹੈ? ਗੁਰ ਇਤਿਹਾਸ, ਤੁਹਾਡਾ ਇਤਿਹਾਸ। ਇਹ ਜਿਹੜੀ ਗੁਰ ਕਿਰਪਾ ਨੌਜਵਾਨ ਸੇਵਕ ਜਥੇ ਦਾ ਨਾ ਇੱਕ ਅੰਦਰੋਂ ਪਿਆਰ ਹੈ ਬਾਬਾ ਦੀਪ ਸਿੰਘ ਜੀ ਦਾ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੋਈ ਅੰਦਰਲੀ ਅਟੈਚਮੈਂਟ ਹੁੰਦੀ ਹੈ, ਜੋ ਤੇ ਕੋਈ ਹੈ, ਪਰ ਅੰਦਰਲੀ ਕਈ ਵਾਰੀ ਅਟੈਚਮੈਂਟ ਜਿਹੜੀ ਹੈ ਨਾ ਉਹ ਇਸ ਤਰ੍ਹਾਂ ਦੀ ਹੁੰਦੀ ਹੈ। ਔਰ ਮੈਂ ਸਮਝਣਾ ਵਾਂ ਵੀ ਅਟੈਚਮੈਂਟ ਵੀ ਐਵੇਂ ਨਹੀਂ ਬਣਦੀ, ਕੋਈ ਪਿਛਲੇ ਜਨਮ ਦੇ ਸੰਸਕਾਰ ਹੁੰਦੇ ਨੇ, ਆਖੋ ਸਤਿਨਾਮ। ਅਟੈਚਮੈਂਟ ਵੀ ਤਾਂ ਹੀ ਬਣਦੀ। ਇੱਕ ਇੱਥੋਂ ਸੜਕ ਲੈ ਸਕਦੇ ਆ, ਕੀ ਕਰੀਏ ਕੀ ਨਾ ਕਰੀਏ। ਇੱਕ ਗੁਰ ਇਤਿਹਾਸ ਚੋਂ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਜਦੋਂ ਉੱਥੋਂ ਹਜ਼ੂਰ ਸਾਹਿਬ ਚੱਲੇ, ਬਾਬਾ ਦੀਪ ਸਿੰਘ ਜੀ ਨੂੰ ਉੱਥੋਂ ਦੀ ਡਿਊਟੀ ਦਿੱਤੀ ਤੇ ਮੌਜ ਵਿੱਚ ਆ ਗਏ। ਕਲਗੀਧਰ ਕਹਿੰਦੇ ਬਾਬਾ ਜੀ ਕਲਮ ਫੜੋ, ਬਾਬਾ ਜੀ ਨੇ ਫੜ ਲਈ। ਇੱਕ ਕਾਗਜ਼ ਫੜੋ, ਬਾਬਾ ਜੀ ਨੇ ਫੜ ਲਿਆ, ਬਾਬਾ ਦੀਪ ਸਿੰਘ ਜੀ। ਤੇ ਕਹਿੰਦੇ 5 ਬਚਨ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਲਿਖਾਏ ਕਿ ਇਹਨਾਂ 5 ਬਚਨਾਂ ਦਾ ਧਿਆਨ ਰੱਖਣਾ। ਉਹ 5 ਬਚਨ ਜਦੋਂ ਸੁਣੋਗੇ ਤੇ ਇੰਜ ਸਮਝ ਲਓ ਸਾਡੇ ਲਈ ਸਿੱਧੀ ਸੜਕ ਹੈ, ਆਖੋ ਸਤਿਨਾਮ। ਇਹ ਸਾਡਾ ਗੁਰੂ ਕੀ ਚਾਹੁੰਦਾ?
ਸਾਡੇ ਕਲਗੀਧਰ ਮਹਾਰਾਜ ਕੀ ਚਾਹੁੰਦੇ? ਇਹ ਸਾਡਾ ਇਤਿਹਾਸ ਨਾ ਸਿੱਧੀ ਸਾਨੂੰ ਸੜਕ ਦਿੰਦਾ ਆ ਤੇਰਾ ਗੁਰੂ ਚਾਹੁੰਦਾ। ਕਹਿੰਦੇ ਉਹ ਪਹਿਲਾ ਬਚਨ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਾਇਆ ਬਾਬਾ ਦੀਪ ਸਿੰਘ ਜੀ ਨੂੰ, ਅਸੀਂ ਦੱਖਣ ਵੱਲ ਜਾ ਰਹੇ ਹਾਂ, ਇੱਧਰ ਦੀ ਡਿਊਟੀ ਤੁਹਾਡੇ ਕੋਲ ਏ। ਇੱਕ ਕੰਮ ਕਰਨਾ, ਪਹਿਲਾਂ ਲਿਖ ਲਓ ਅੰਮ੍ਰਿਤ ਛਕਾ ਕੇ ਸਿੰਘ ਸਜਾਉਂਦੇ ਰਹਿਣਾ। ਆਖੋ ਸਤਨਾਮ। ਹੁਣ ਇੱਥੋਂ ਅੰਦਾਜ਼ਾ ਲਾਓ ਕਿ ਗੁਰੂ ਗੋਬਿੰਦ ਸਿੰਘ ਦੀ ਕਿੰਨੀ ਖੁਸ਼ੀ ਹੋਏਗੀ ਕਿ ਮੇਰਾ ਸਿੱਖ ਬੇਅਮਰਤੀਆ ਨਾ ਰਵੇ। ਆਖੋ ਸਤਨਾਮ। ਅੱਜ ਗੁਰ ਕਿਰਪਾ ਨੌਜਵਾਨ ਸੇਵਕ ਜਥਾ ਵਾਲੇ ਆਉਣ ਵਾਲੇ ਹਫਤੇ ਵਿੱਚ ਨੇਮ ਵਧਾ ਕੇ ਸ਼ੁਕਰਾਨੇ ਕਰਨ ਕਿ ਜਿਹੜੀ ਕਲਗੀਧਰ ਜੀ ਨੇ ਡਿਊਟੀ ਬਾਬਾ ਦੀਪ ਸਿੰਘ ਜੀ ਦੀ ਲਾਈ ਹੈ, ਬਾਬਾ ਦੀਪ ਸਿੰਘ ਨੇ ਤੁਹਾਡੇ ਹੱਥ ਸਿਰ ਤੇ ਰੱਖ ਕੇ ਅੱਜ ਤੁਹਾਡੇ ਕੋਲੋਂ ਵੀ ਅੰਮ੍ਰਿਤ ਛਕਾਉਣ ਦੀ ਸੇਵਾ ਲੈ ਰਹੀ ਹੈ। ਕਿਉਂਕਿ ਦਿਸ ਇਜ਼ ਏ ਪ੍ਰੈਕਟੀਕਲ। ਬੋਲਣ ਵਾਲੇ ਬੋਲ ਕੇ ਚੱਲ ਜਾਂਦੇ, ਸੁਣਨ ਵਾਲੇ ਸੁਣ ਕੇ। ਜਿਹੜੀਆਂ ਸਟੇਜਾਂ ਤੇ ਪ੍ਰੈਕਟੀਕਲ ਆ ਜੇ ਉੱਥੇ ਗੁਰੂ ਜ਼ਿਆਦਾ ਖੁਸ਼। ਆਖੋ ਸਤਨਾਮ। ਇਹ ਜਿਹੜੀ 300 ਸਾਲ ਸਿੱਖੀ ਸਰੂਪ ਦੇ ਨਾਲ ਲਹਿਰ ਤੁਸੀਂ ਸ਼ੁਰੂ ਕਰਾਈ, ਇਹ ਜਿਹੜੀ ਨਾਮਾਂ ਦੀ ਗੱਲ ਹੈ, ਇਹ ਤੇ ਇੱਕ ਸੁਨੇਹਾ ਦੇਣ ਦੀ ਹੈ ਵੀ ਕਿਸੇ ਤਰੀਕੇ ਸਾਬਤ ਸੂਰਤ ਹਾਈਲਾਈਟ ਹੋਣ। ਸਿਰਫ ਜਿਨ੍ਹਾਂ ਕੋ ਬੇਦਬੀ ਹੋ ਰਹੀ ਹੈ ਕੰਨਾਂ ਤੱਕ ਸੁਨੇਹਾ ਤੇ ਪਹੁੰਚੇ ਇਸ ਤਰੀਕੇ। ਔਰ ਜਦੋਂ ਸਟੇਜ ਤੇ ਪ੍ਰੈਕਟੀਕਲ ਆਂਦਾ ਹੈ ਕਿ ਇਹ 25 ਅਫਸਰ ਸਾਬਤ ਸੂਰਤ ਐਡੇ ਵੱਡੇ ਅਹੁਦੇ ਤੇ ਹੋ ਕੇ ਵੀ ਸਿੱਖੀ ਸੰਭਾਲੀ ਹੈ ਤੇ ਇੰਨੇ ਬੰਦੇ ਚੇਂਜ ਹੋ ਰਹੇ ਨੇ, ਇਹਨੂੰ ਕਹਿੰਦੇ ਪ੍ਰੈਕਟੀਕਲ। ਆਖੋ ਸਤਨਾਮ। ਪ੍ਰੈਕਟੀਕਲ ਖੁਸ਼ੀ ਜ਼ਿਆਦਾ ਗੁਰੂ ਦੀ। ਅੱਜ ਤੁਹਾਡੇ ਵੀ ਇੱਥੇ ਜਿਹੜੇ 60 ਸਰੀਰ ਗੁਰੂ ਦੇ ਬੇੜੇ ਵਿੱਚ ਬੈਠੇ, ਇਹ ਪ੍ਰੈਕਟੀਕਲ ਦੀ ਸੇਵਾ ਜਿਹੜੀ ਗੁਰੂ ਮਹਾਰਾਜ ਨੇ ਲਈ, ਇਹ ਸਭ ਤੋਂ ਜ਼ਿਆਦਾ ਵਧਾਈ ਬਾਬਾ ਦੀਪ ਸਿੰਘ ਜੀ ਕਹਿਣਗੇ ਜਿਹੜੀ ਡਿਊਟੀ ਮੇਰੀ ਕਲਗੀਧਰ ਜੀ ਨੇ ਲਾਈ ਹੈ, ਸ਼ਾਬਾਸ਼ ਹੈ ਵੀ ਤੁਸੀਂ ਵੀ ਨਿਭਾਓ। ਆਖੋ ਸਤਨਾਮ। ਪ੍ਰਸੰਨਤਾ ਮਿਲਦੀ। ਬਾਕੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਹ ਜਿਹੜਾ ਬਚਨ ਹੈ ਅੰਮ੍ਰਿਤ ਛਕਾ ਕੇ ਸਿੰਘ ਸਜਾਉਂਦੇ ਰਹਿਣਾ। ਕਿਉਂਕਿ ਮੈਂ ਕਈ ਭੈਣਾਂ ਵੱਲ ਵੇਖਦਾ, ਵੀਰਾਂ ਵੱਲ, ਬਾਬਾ ਦੀਪ ਸਿੰਘ ਜੀ ਨਾਲ ਉਹਨਾਂ ਦਾ ਬੜਾ ਪਿਆਰ ਹੈ, ਬਹੁਤ ਪਿਆਰ ਹੈ। ਦਿਆਲੂ ਨੇ, ਬਖਸ਼ਿਸ਼ਵਾਨ ਨੇ। 28 ਤਰੀਕ ਦਿਨੇ ਮੈਂ ਅੰਮ੍ਰਿਤਸਰ ਸਾਂ, ਐਤਵਾਰ ਸੀ 28 ਤਰੀਕ, ਰਾਤ ਦਾ ਪ੍ਰੋਗਰਾਮ ਬਠਿੰਡੇ ਸੀ ਲਾਈਵ, ਦਿਨੇ ਕੁਦਰਤੀ ਅੰਮ੍ਰਿਤਸਰ। ਤੁਹਾਨੂੰ ਪਤਾ ਹਰ ਐਤਵਾਰ ਚੁਪਹਿਰਾ ਹੁੰਦਾ। ਉਦਾਸ ਜਦੋਂ ਦਿਨੇ ਦਰਸ਼ਨ ਕਰਨ ਗਿਆ, ਟਾਈਮ ਸੀ ਉਦੋਂ ਕੋਈ 4:10 ਦਾ, ਚੁਪਹਿਰੇ ਦੀ ਸਮਾਪਤੀ ਹੋਈ ਸੀ। ਇੱਕ ਟੋਲਾ ਆ ਗਿਆ, ਦਾਸ ਨੂੰ ਕਹਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਪਛਾਣਿਆ ਨਹੀਂ? ਮੈਂ ਕਿਹਾ ਜੀ ਨਹੀਂ ਪਛਾਣਿਆ, ਅਸੀਂ ਨਾਗਪੁਰ ਤੋਂ ਆਏ ਹਾਂ ਚੁਪਹਿਰਾ ਕੱਟਣ। ਦੂਜਾ ਟੋਲਾ ਮਿਲ ਗਿਆ ਜੀ ਅਸੀਂ ਦਿੱਲੀ ਤੋਂ ਆਏ ਹਾਂ ਚੁਪਹਿਰਾ ਕੱਟਣ। ਅਸੀਂ ਜੀ ਸੋਨੀਪਤ ਤੋਂ ਆਏ ਹਾਂ ਚੁਪਹਿਰਾ ਕੱਟਣ। ਇੱਕ ਬਰੇਲੀ ਤੋਂ ਆਏ ਹਾਂ। ਮੇਰੀਆਂ ਅੱਖਾਂ ਚੱਥਰੂ ਆਈ ਜਾਣ। ਮੈਂ ਕਿਹਾ ਬਾਬਾ ਦੀਪ ਸਿੰਘ ਕਿੱਥੇ ਕਮਾਈਆਂ ਕੀਤੀਆਂ ਜੀ, ਕਿਹੜੇ ਭੋਰਿਆਂ 'ਚ ਚੌਂਕੜੇ ਮਾਰੇ ਜੀ। ਉਹ ਕਿੱਥੋਂ ਆ ਰਿਹਾ ਚੁਪਹਿਰਾ ਕੱਟਣ? ਐਵੇਂ ਨਹੀਂ ਆ ਰਿਹਾ ਗੁਰੂ ਕੇ ਪਿਆਰਿਓ, ਐਵੇਂ ਨਹੀਂ ਆ ਰਿਹਾ। ਆਖੋ ਸਤਨਾਮ। ਅੰਦਰਲੀ ਅਟੈਚਮੈਂਟ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਤੁਸੀਂ ਜਿੰਨੀਆਂ ਭੈਣਾਂ ਵੀਰ ਬੈਠੇ ਹੋ, ਤਕਰੀਬਨ ਹਰ ਇੱਕ ਦੀ ਅਟੈਚਮੈਂਟ ਹੈ ਵੀ ਬਾਬਾ ਦੀਪ ਸਿੰਘ ਮੇਰੇ ਹੈ, ਬਾਬਾ ਦੀਪ ਸਿੰਘ ਮੈਨੂੰ ਬੜਾ ਪਿਆਰ ਕਰਦੇ ਹੈ। ਤੇ ਮੈਂ ਸਾਰੀਆਂ ਭੈਣਾਂ ਵੀਰਾਂ ਨੂੰ ਬੇਨਤੀ ਕਰਾਂਗਾ, ਜੇ ਬਾਬਾ ਦੀਪ ਸਿੰਘ ਨਾਲ ਪਿਆਰ ਹੈ ਤੇ ਬਾਬਾ ਦੀਪ ਸਿੰਘ ਕਹਿਣਗੇ ਜੇ ਮੇਰਾ ਪੁੱਤ ਨੇ, ਜੇ ਮੇਰੀ ਧੀ ਹੈ, ਤੇ ਜਿਹੜਾ ਕਲਗੀਧਰ ਨੇ ਮੈਨੂੰ ਬਚਨ ਦਿੱਤਾ ਤੂੰ ਅਜੇ ਸੰਭਾਲਿਆ ਕਿ ਨਹੀਂ। ਆਖੋ ਸਤਨਾਮ। ਹੋਰ ਖੁਸ਼ੀ ਮਿਲੇਗੀ।
ਹੋਰ ਪ੍ਰਸੰਨਤਾ। ਇਹ ਜਿੰਨੇ ਮੇਰੇ ਭੈਣਾਂ ਵੀਰ ਤਕਰੀਬਨ ਕਿਰਪਾ ਹੀ ਹੈ ਤੁਹਾਡੇ ਤੇ, ਇਹਨੂੰ ਮੈਂ ਜ਼ਿਆਦਾ ਡਿਟੇਲ 'ਚ ਨਾ ਜਾਵਾਂ। ਇਹ ਪਹਿਲਾ ਬਚਨ ਕਲਗੀਧਰ ਜੀ ਨੇ ਬਖਸ਼ਿਆ। ਜਿਹੜਾ ਵੀ ਅੰਮ੍ਰਿਤ ਛਕਣ ਬਾਰੇ ਸੋਚਦਾ ਉਹ ਜ਼ਰੂਰ ਧਿਆਨ ਦੇਵੇ ਕਿ ਕਲਗੀਧਰ ਜੇ ਬਾਬਾ ਦੀਪ ਸਿੰਘ ਜੀ ਦੀ ਡਿਊਟੀ ਪੈਨ ਕਲਮ ਕਾਗਜ਼ ਦੇ ਲਾਉਂਦੇ ਨੇ, ਇਹਦਾ ਮਤਲਬ ਉਹਨਾਂ ਦੀ ਖੁਸ਼ੀ ਹੈ, ਉਹਨਾਂ ਦੀ ਪ੍ਰਸੰਨਤਾ ਹੈ, ਉਹਨਾਂ ਵੱਲੋਂ ਸਾਨੂੰ ਇਹ ਸੜਕ ਹੈ, ਸਿੱਧੀ ਉਪਦੇਸ਼ ਹੈ। ਫਿਰ ਕਈ ਕਹਿੰਦੇ ਅਸੀਂ ਅੰਮ੍ਰਿਤ ਨਹੀਂ ਛਕਣਾ, ਬੇਅਦਬੀ ਨਾ ਹੋ ਜਾਵੇ। ਬਾਬਾ ਈਸ਼ਰ ਸਿੰਘ ਜੀ ਕਹਿੰਦੇ ਸੀ ਵੀ ਅੰਮ੍ਰਿਤ ਦਾ ਇੰਨਾ ਸਤਿਕਾਰ, ਇੰਨਾ ਪਿਆਰ ਵੀ ਬੇਅਦਬੀ ਨਾ ਹੋ ਜੇ ਤਾਂ ਨਹੀਂ ਛਕਣਾ। ਤੇ ਕਹਿੰਦੇ ਸਨ ਨਾ ਛਕਣਾ ਸਭ ਤੋਂ ਵੱਡੀ ਬੇਅਦਬੀ ਹੈ, ਵੱਡੀ ਬੇਅਦਬੀ ਕਰਕੇ ਕਹਿੰਦਾ ਛੋਟੀ ਨਾ ਹੋ ਜੇ। ਆਖੋ ਸਤਿਨਾਮ। ਵੱਡੀ ਬੇਅਦਬੀ ਨਾ ਛਕਣਾ, ਉਹਨੂੰ ਕਰਕੇ ਛੋਟੀ। ਤੇਰਾ ਆਪਣੇ ਗੁਰੂ ਗੋਬਿੰਦ ਸਿੰਘ ਜੀ ਤੇ ਐਡਾ ਵਿਸ਼ਵਾਸ ਹੋਵੇ, ਐਡਾ ਭਰੋਸਾ ਹੋਵੇ, ਐਡੀ ਪ੍ਰਤੀਤ ਹੋਵੇ ਗੁਰੂ ਗੋਬਿੰਦ ਸਿੰਘ ਜੀ ਮੈਂ ਗਲਤ ਕੰਮ ਨਹੀਂ ਕਰਾਂਗਾ, ਨਹੀਂ ਕਰਾਂਗਾ। ਪਰ ਜੇ ਕਿਤੇ ਮਹਾਰਾਜ ਮੇਰੀ ਬੁੱਧੀ ਫਿਰ ਗਈ, ਮੇਰੇ ਇਹੋ ਜਿਹੇ ਮਿੱਤਰ ਬਣਨਾ ਕਿ ਜੇ ਜੋਗੇ ਦੀ ਖਾਤਰ ਵੇਸਵਾ ਦੇ ਬੂਹੇ ਤੇ ਪਹਿਰਾ ਦਿੱਤਾ ਤੇ ਮੈਨੂੰ ਵੀ ਰੋਕ ਲੈਣਾ ਵਿੱਚ ਹੀ। ਜਦੋਂ ਭਾਈ ਜੋਗਾ ਜੀ ਦੇ ਪੈਰ ਵੇਸਵਾ ਦੇ ਬੂਹੇ ਲੱਗੇ, ਦੱਸੋ ਫਿਰ ਉਦੋਂ ਬੇਅਦਬੀ ਹੋਣੀ ਸੀ ਕਿ ਨਹੀਂ? ਲੇਕਿਨ ਗੁਰੂ ਤੇ ਐਡਾ ਲਾਡ ਸੀ, ਐਡਾ ਪਿਆਰ ਸੀ, ਪੈਰਾ ਦੇ ਕੇ ਰੋਕ ਲੈ ਕਿ ਨਹੀਂ? ਇਤਨਾ ਲਾਡ ਕਰੀਏ, ਇਤਨਾ ਦਾ ਪਿਆਰ ਕਰੀਏ। ਬਾਬਾ ਜੀ ਮੈਂ ਅੰਮ੍ਰਿਤ ਛਕਣ ਲੱਗਾ, ਪਰ ਜੇ ਮੇਰੇ ਕੋਲ ਭੁੱਲ ਹੋਈ ਬੇਅਦਬੀ ਤੁਸੀਂ ਰੋਕ ਲੈਣਾ, ਮੈਨੂੰ ਗੱਜ ਕੇ ਆਖੋ ਸਤਿਨਾਮ। ਇਹ ਤੁਹਾਡੀ ਡਿਊਟੀ ਹੈ। ਇਸ ਲਾਡ ਦਾ ਸਵਾਦ ਕੀ ਦੱਸਿਆ ਜਾਵੇ, ਇਸ ਪਿਆਰ ਦਾ ਸਵਾਦ ਕੀ ਦੱਸਿਆ ਜਾਵੇ। ਮੈਂ ਗੁਰੂ ਦੀ ਹਜ਼ੂਰੀ ਕਹਿਣਾ ਤੁਹਾਨੂੰ ਮੁਕਤੀ ਮੰਗਣ ਦੀ ਵੀ ਲੋੜ ਨਹੀਂ, ਮੁਕਤੀ ਮੰਗਣ ਦੀ ਵੀ ਲੋੜ ਨਹੀਂ, ਅਗਰ ਤੁਹਾਡਾ ਕਲਗੀਧਰ ਦੇ ਨਾਲ ਲਾਡ ਹੋ ਗਿਆ, ਪਿਆਰ ਹੋ ਗਿਆ। ਇਹ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਹੈ। ਸਿੱਧਾ ਨੇ ਕਿਹਾ ਬਾਬਾ ਜੀ ਤੁਸੀਂ ਗ੍ਰਸਤੀ, ਅਸੀਂ ਗ੍ਰਸਤੀ ਵੀ ਨਹੀਂ, ਸਾਨੂੰ ਤਾਂ ਮੁਕਤੀ ਪਾਣੀ ਇੰਨੀ ਔਖੀ ਹੈ। ਬਾਬਾ ਬੁੱਢਾ ਜੀ ਤੁਹਾਨੂੰ ਕਿਵੇਂ ਮਿਲੇਗੀ? ਬਾਬਾ ਬੁੱਢਾ ਜੀ ਹੱਸ ਪਏ, ਕਹਿੰਦੇ ਸਿੱਧੋ ਤੁਹਾਨੂੰ ਆਪਣੀ ਸਾਧਨਾ ਤੇ ਮਾਣ ਏ, ਸਿੱਧ ਹੋਣ ਤੇ ਮਾਣ ਏ, ਤੇ ਸਾਨੂੰ ਆਪਣੇ ਗੁਰੂ ਦੇ ਲਾਡ ਤੇ ਮਾਣ ਏ। ਸਾਡਾ ਗੁਰੂ ਲਾਡ ਕਰਦਾ ਹੈ, ਆਖੋ ਸਤਿਨਾਮ। ਉਹਦੇ ਲਾਡ ਤੇ ਮਾਣ, ਉਹਦੀ ਬਖਸ਼ਿਸ਼ ਤੇ ਮਾਣ, ਉਹਦੀ ਕਿਰਪਾ ਤੇ ਮਾਣ ਹੈ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਤੁਸੀਂ ਮਾਣ ਸਾਧਨਾ ਤੇ ਕਰਦੇ ਹੋ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮੈਂ ਮਾਣ ਗੁਰੂ ਅੰਗਦ ਦੇਵ ਜੀ ਤੇ ਕਰਦਾ, ਆਖੋ ਸਤਿਨਾਮ। ਮੈਨੂੰ ਉਹਦਾ ਦੀ ਲਾਡ ਤੇ ਮਾਣ ਹੈ। ਤੂੰ ਮਿਹਰਬਾਨ ਹੈ, ਪੈਜ ਰੱਖਦਾ। ਤੋ ਇਹ ਜਿਹੜਾ ਵੀ ਕੋਈ ਮੇਰਾ ਵੀਰ ਭੈਣ ਬੇਅਮਰਤੀਆ ਹੋਵੇ ਉਹ ਜ਼ਰੂਰ ਜਿਵੇਂ ਆਉਣ ਵਾਲੇ ਪ੍ਰੋਗਰਾਮਾਂ ਵਿੱਚ ਕਿਰਪਾ। ਦੂਜਾ ਬਚਨ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਲਿਖਾਇਆ, ਗਊ ਗਰੀਬ ਦੀ ਰੱਖਿਆ ਕਰਨੀ, ਆਖੋ ਸਤਿਨਾਮ। ਇਹ ਸਾਰੇ ਵੀਰ ਚੈੱਕ ਕਰੋ ਦਸਵੰਧ ਕੱਢਦੇ ਹੋ ਕਿ ਨਹੀਂ, ਆਖੋ ਸਤਿਨਾਮ। ਸਾਰੀਆਂ ਭੈਣਾਂ ਚੈੱਕ ਕਰੋ ਦਸਵੰਧ ਕੱਢਦੇ ਹੋ ਕਿ ਨਹੀਂ। ਇਹ ਕਲਗੀਧਰ ਦਾ ਬਚਨ, ਗਊ ਗਰੀਬ ਦੀ ਰੱਖਿਆ ਕਰਨੀ, ਨੀਵੇਂ ਨੂੰ ਚੁੱਕਣਾ। ਅਨਾਥ ਦੀ ਬਾਂਹ ਫੜਨੀ, ਇਸੇ ਨੂੰ ਕਹਿੰਦੇ ਗਊ ਗਰੀਬ ਦੀ ਰੱਖਿਆ ਕਰਨੀ। ਛੋਟੇ ਨੂੰ ਗੱਲ ਨਾ ਲਾਣਾ, ਬਰਾਬਰ ਵਾਲੇ ਨਾਲ ਵਿਚਾਰ ਕਰਨੀ।
ਤੇ ਜੇ ਕੋਈ ਵੱਡਾ ਮਿਲ ਜੇ ਤੇ ਫਿਰ ਬੋਲਣਾ ਨਹੀਂ, ਉਹਦੇ ਕੋਲ ਸੁਮਤ ਲੈਣੀ। ਆਖੋ ਸਤਨਾਮ। ਛੋਟੇ ਨੂੰ ਗੱਲ ਨਾ। ਇਹ ਕੁਦਰਤੀ ਜਦੋਂ ਅਸੀਂ ਜਮਨਾ ਪਾਰ ਆਨੇ ਆ ਤੇ ਨਾਲ ਯਾਦ ਆ ਜਾਂਦੀ ਏ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੀ। ਆਖੋ ਸਤਨਾਮ। ਅਸਥਾਨ ਹੈ ਉਹਨਾਂ ਦਾ। ਤੁਹਾਨੂੰ ਪਤਾ ਹੈ ਬਾਬਾ ਜੀ ਫੌਜ ਵਿੱਚ ਸੀ ਤੇ ਜਦੋਂ ਗਦਰ ਹੋਇਆ ਨਾ ਅੰਗਰੇਜ਼ਾਂ ਵੇਲੇ 2 ਦਿਨ, ਉਹ 2 ਦਿਨ ਇਸ ਤਰ੍ਹਾਂ ਦੇ ਸੀ ਕਿ ਬਈ ਫੌਜ ਨੂੰ ਵੀ ਆ ਗਿਆ, ਗਦਰ ਹੋ ਗਿਆ। ਅੱਗਾਂ ਲਾਈਆਂ ਜਾ ਰਹੀਆਂ, ਘਰਾਂ ਨੂੰ ਲੁੱਟਿਆ ਜਾ ਰਿਹਾ ਹੈ। ਬਾਬਾ ਕਰਮ ਸਿੰਘ ਜੀ ਦੀ ਫੌਜ ਵਿੱਚ ਸੀ। ਕਹਿੰਦੇ ਕਈ ਫੌਜੀ ਤੁਹਾਡੀ ਦਿੱਲੀ ਵਿੱਚ ਅਨੇਕਾਂ ਘਰਾਂ ਨੂੰ ਲੁੱਟਦੇ ਪਏ, ਵੀ ਗਦਰ 2 ਦਿਨ ਖੁੱਲੀ ਆ ਗਿਆ। ਤੇ ਬਾਬਾ ਕਰਮ ਸਿੰਘ ਜੀ ਵੀ ਜਵਾਨੀ ਦੀ ਉਮਰ, ਅਜੇ ਬਾਬਾ ਨਹੀਂ ਸੀ, ਵਰਦੀ ਪਾਈ ਹੋਈ ਫੌਜ ਦੀ। ਤੇ ਇੱਕ ਫੌਜੀ ਮਹਿਣਾ ਮਾਰਦਾ, ਕਹਿੰਦੇ ਉਹ ਕਰਮ ਸਿਆਂ ਤੂੰ ਸਾਰੀ ਜ਼ਿੰਦਗੀ ਸੰਤ ਬਣਿਆ ਰਹੇਗਾ, ਤੂੰ ਵੀ ਕੁਝ ਲੁੱਟ ਲੈ। ਤੂੰ ਸਾਰੀ ਜ਼ਿੰਦਗੀ ਸੰਤ ਬਣਿਆ ਰਹੇਗਾ, ਤੂੰ ਵੀ ਕੁਝ ਲੁੱਟ ਲੈ। ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦੇ ਇੰਜ ਹੱਥ ਜੁੜ ਗਏ ਤੇ ਕਹਿੰਦੇ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ, ਗੁਰੂ ਗ੍ਰੰਥ ਸਾਹਿਬ ਦਾ ਸਿੱਖ। ਜਦੋਂ ਕੋਈ ਗੱਲ ਲੁੱਟਣ ਦੀ ਆਂਦੀ ਏ, ਬਾਬਾ ਕਰਮ ਸਿੰਘ ਜੀ ਕਹਿੰਦੇ ਮੇਰੇ ਗੁਰੂ ਨੇ ਨਾ ਗਰੀਬਾਂ ਨੂੰ ਲੁੱਟਣਾ ਨਹੀਂ ਸਿਖਾਇਆ, ਮੇਰੇ ਗੁਰੂ ਨੇ ਸਿਖਾਇਆ ਲੁੱਟਣਾ ਤੇ ਰਾਮ ਦੇ ਨਾਮ ਨੂੰ ਲੁੱਟ ਲੈ। ਇਹ ਪੰਕਤੀ ਉਸ ਵੇਲੇ ਸੰਤ ਬਾਬਾ ਕਰਮ ਸਿੰਘ ਜੀ ਨੇ ਆਹ ਪੰਕਤੀ ਉਹ ਫੌਜੀ ਨੂੰ ਸੁਣਾਈ। ਕਹਿੰਦੇ ਮੈਂ ਤੇ ਆਹ ਲੁੱਟਦਾ। ਲੁੱਟਣਾ ਹੈ ਤਾਂ ਲੁੱਟ ਲੈ, ਓਏ ਲੁੱਟਣਾ ਹੈ ਤਾਂ ਲੁੱਟ ਲੈ। ਬੋਲੋ ਭੈਣੋ। ਵਾਹ ਵਾਹ। लूटना है तो लूट ले, लूटना है तो लूट ले। भैणों गाय के लूटना कबीर, लूटना है तो लूट ले, राम नाम है लूट, फिर पाछे पछताएगा जब प्राण जाएंगे छूट। लूटना है तो लूट ले, लूटना है तो लूट ले। गाय के भैणों ਤੁਹਾਡੇ ਦਿੱਲੀ ਦੀ ਵਾਰਦਾਤ ਹੈ। ਫੌਜੀ ਨੇ ਮਹਿਣਾ ਮਾਰਿਆ ਤੂੰ ਸੰਤ ਬਣਿਆ ਰਹੇਗਾ, ਤੂੰ ਵੀ ਕੁਝ ਲੁੱਟ ਲੈ। ਉਹ ਕਹਿੰਦੇ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ, ਮੈਨੂੰ ਤੇ ਆ ਸਿਖਾਇਆ ਗਿਆ ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ। ਕਹਿੰਦੇ ਇੰਨੀ ਗੱਲ ਕਹਿ ਕੇ ਤੇ ਆਪਣੀ ਫੌਜ ਦੀ ਡਿਊਟੀ ਤੇ ਸਨ, ਅੱਗੇ ਚਲੇ ਗਏ। ਅੱਗੇ ਇੱਕ ਮਹੱਲੇ 'ਚ ਗਏ ਤੇ ਇੱਕ ਮਾਈ ਜਪਜੀ ਸਾਹਿਬ ਦਾ ਪਾਠ ਵੀ ਕਰੀ ਜਾਂਦੀ ਤੇ ਰੋਈ ਵੀ ਜਾਂਦੀ। ਜਪਜੀ ਸਾਹਿਬ ਦਾ ਪਾਠ ਵੀ ਕਰੀ ਜਾਂਦੀ ਤੇ ਰੋਈ ਵੀ ਜਾਂਦੀ ਤੇ ਅੱਗਾਂ ਲੱਗੀਆਂ ਪਈਆਂ। ਤੇ ਗਦਰ ਸੀ 2 ਦਿਨ। ਬਾਬਾ ਕਰਮ ਸਿੰਘ ਜੀ ਦੇ ਸਾਥੀ ਭਾਈ ਲਾਲ ਸਿੰਘ ਉਹ ਵੀ ਨਾਲ ਫੌਜ ਵਿੱਚ। ਔਰ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਜਦੋਂ ਲਾਲ ਸਿੰਘ ਫੌਜ ਵਿੱਚ ਭਰਤੀ ਹੋਇਆ ਤੇ ਜਦੋਂ ਇਹਨਾਂ ਦਾ ਕੱਦ ਵੀ ਮਿਣਿਆ ਗਿਆ, ਡਾਕਟਰੀ ਸਰਟੀਫਿਕੇਟ ਵੀ ਠੀਕ, ਕੱਦ ਵੀ ਠੀਕ, ਹੋਰ ਜੋ ਜੋ ਕੁਝ ਚਾਹੀਦਾ ਨਾ,
फौज की चैकिंग मुताबिक सब कुछ ठीक। ते खीर दे उत्ते फौज दे अंग्रेज फौज ने आख्या भी लाल सिंह गारंटी रिस्पोंसिबिलिटी किसी की जिम्मेवारी गारंटी। कहते उत्थे आके हथ खड़े हो गए कि मैनू तो कोई जानता ही नहीं इत्थे, मैं अंग्रेज सरकार में किहदी गारंटी पावां। कहते बड़े उदास बड़े उदास। बाबा करम सिंह होती मरदान वाले फौज की ड्यूटी विच कोलों लंघे ते कहते गुरु के सिखा नाराज क्यों है। कहता जी भर्ती होना आया वा, कद भी पूरा है, डॉक्टरी चैकअप भी ठीक है, बाकी कागज भी पूरे है, पर मेरे को बंदा कोई नहीं जिहड़ा मेरी गारंटी पावे। बाबा करम सिंह जी कहते भी वाकफ तो मैं भी नहीं तेरा, गारंटी मैं किवें पावां, पर तेरा कछहरा ते गातरा वेख के इंज लगदा तू मेरे कलगियां वाले दे परिवार दा, तेरी गारंटी मैं पावांगा। आखो सतनाम। कछहरा पाया इसने, मैं सिੱਖੀ ਦੇ ਨਾਤੇ ਗਰੰਟੀ ਜਾਣਦਾ नहीं मैं ਤੈਨੂੰ, ਗੱਜ ਕੇ ਆਖੋ ਸਤਨਾਮ। ਬਾਬਾ ਕਰਮ ਸਿੰਘ ਜੀ ਨੇ ਉਹਦੀ ਗਰੰਟੀ ਪਾਈ ਸੀ, ਉਹ ਨਾਲ ਸੀ। ਇਹ ਜਦੋਂ ਗਦਰ ਹੋਇਆ ਉਹ ਨਾਲ ਸੀ। ਇੱਕ ਮਾਈ ਰੋ ਰਹੀ ਹੈ, ਨਾਲ ਜਪਜੀ ਸਾਹਿਬ ਦਾ ਪਾਠ ਕਰੀ ਜਾਂਦੀ, ਨਾਲ ਰੋਈ ਜਾਂਦੀ ਹੈ ਰੁਦਨ। ਅੱਗਾਂ ਲੱਗੀਆਂ ਪਈਆਂ ਸਭ ਪਾਸੇ ਜਦੋਂ ਗਦਰ ਹੋਇਆ। ਤੇ ਬਾਬਾ ਕਰਮ ਸਿੰਘ ਜੀ ਕੋਲ ਆ ਗਏ, ਫੌਜ ਦੀ ਵਰਦੀ। ਕਹਿੰਦੇ ਮਾਈ ਕੀ ਗੱਲ ਹੋਇਆ, ਰੋ ਰਹੀ ਹੈ। ਕਹਿੰਦੀ ਪੁੱਤਰ ਉਹ ਜਿਹੜੇ ਮਕਾਨ ਨੂੰ ਅੱਗ ਲੱਗੀ ਏ ਉਹ ਮੇਰਾ ਮਕਾਨ ਏ। ਰੋ ਮੈਂ ਤਾਂ ਰਹੀ ਆ ਕਿ ਦੂਜੀ ਮੰਜ਼ਲ ਦੇ ਉੱਤੇ ਮੇਰਾ ਬੱਚਾ ਸੁੱਤਾ ਪਿਆ ਹੋਇਆ ਹੈ। ਤੇ ਇਤਿਹਾਸ 'ਚ ਲਿਖਿਆ ਕਿ ਉਹ ਮਾਂ ਨੇ ਆਖਿਆ ਕਿ ਮੈਂ ਗੁਰੂ ਅਮਰਦਾਸ ਜੀ ਦੀ ਕੁੱਲ ਭੱਲਿਆਂ ਦੇ ਸਾਹਿਬਜ਼ਾਦਿਆਂ ਵਿੱਚੋਂ ਧੀ ਹਾਂ। ਆਖੋ ਸਤਨਾਮ। ਉਸ ਕੁੱਲ 'ਚੋਂ ਆ ਤੇ ਮੇਰੀ ਝੋਲੀ ਗੁਰੂ ਅਮਰਦਾਸ ਜੀ ਨੇ ਖੀਰਲੇ ਸਮੇਂ ਵੀ ਉਮਰ ਵੱਡੀ ਤੋਂ ਬਾਅਦ ਪੁੱਤਰ ਦੀ ਦਾਤ ਦਿੱਤੀ ਹੈ। ਤੇ ਪੁੱਤਰ ਮੇਰਾ ਸਾਰਾ 1.5-2 ਸਾਲ ਦਾ। ਮੈਂ ਭੱਜ ਕੇ ਨਿਕਲ ਆਈਆਂ, ਅੱਗਾਂ ਲੱਗ ਗਈਆਂ। ਪੁੱਤਰ ਉਤਲੀ ਮੰਜ਼ਲ ਤੇ ਸੁੱਤਾ ਰਹਿ ਗਿਆ ਤੇ ਅੱਗ ਦੂਜੀ ਮੰਜ਼ਲ ਵੱਲ ਜਾ ਰਹੀ ਏ। ਇਹ ਕਿਤਾਬ ਦਾ ਨਾਮ ਹੈ ਪੱਛਮ ਦਾ ਨੂਰ, ਬਾਬਾ ਕਰਮ ਸਿੰਘ ਜੀ ਦੀ। ਉਹਦੇ 'ਚ ਲਿਖਿਆ ਕਿ ਉਹ ਮਾਂ ਪਤਾ ਕੀ ਕਹਿੰਦੀ, ਮਾਤਾ ਮੈਂ ਭੱਲਿਆਂ ਵਿੱਚੋਂ ਆ, ਗੁਰੂ ਅਮਰਦਾਸ ਜੀ ਨੇ ਮੇਰੀ ਝੋਲੀ ਭਰੀ ਏ। ਸਾਹਮਣੇ ਅੱਗ ਦੂਜੀ ਮੰਜ਼ਲ ਵੱਲ ਜਾ ਰਹੀ ਹੈ, ਰੋ ਮੈਂ ਤਾਂ ਰਹੀਆਂ, ਨਾਲ ਪਾਠ ਕਰਦਿਆਂ ਅਰਦਾਸਾਂ ਕਰ ਰਹੀਆਂ। ਹੇ ਵਾਹਿਗੁਰੂ ਕਲਗੀਧਰ ਪਾਤਸ਼ਾਹ, ਹੇ ਨਿਰੰਕਾਰ, ਜਿਵੇਂ ਪ੍ਰਹਿਲਾਦ ਦੇ ਵੇਲੇ ਇੱਕ ਮਿੱਟੀ ਦੇ ਭਾਂਡਿਆਂ ਵਿੱਚ ਬਿੱਲੀ ਦੇ ਬਲੂੰਗੜਿਆਂ ਦੀ ਅੱਗ 'ਚੋਂ ਰਾਖੀ ਕੀਤੀ ਆ, ਅੱਜ ਮੇਰੇ ਬੱਚੇ ਦੀ ਵੀ ਕਰ ਲੈ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਆ ਵੇਖ ਮੁੰਡਿਆ, ਅੱਗ ਦੀਆਂ ਲਾਟਾਂ ਦੂਜੀ ਮੰਜ਼ਲ ਵੱਲ ਜਾ ਰਹੀਆਂ ਤੇ ਦੂਜੀ ਮੰਜ਼ਲ ਤੇ ਮੇਰਾ ਪੁੱਤਰ ਸੁੱਤਾ ਹੈ। ਹਾਏ ਹਾਏ, ਕਿਹੋ ਜਿਹਾ ਸਮਾਂ ਹੈ। ਬਾਬਾ ਕਰਮ ਸਿੰਘ ਜੀ ਕਹਿੰਦੇ ਹਿਰਦਾ ਪਿੰਗਲ ਗਿਆ। ਆਖੋ ਸਤਨਾਮ। ਪਿੰਗਲ ਗਿਆ। ਉਮਾਹਾ ਪਰ ਉਪਕਾਰ, ਉਮਾਹਾ ਪਰ ਉਪਕਾਰ, ਉਮਾਹਾ ਪਰ ਉਪਕਾਰ, ਉਮਾਹਾ। ब्रह्म ज्ञानी के गरीबी समाहा, ब्रह्म ज्ञानी पर उपकार उमाहा, ब्रह्म ज्ञानी पर उपकार उमाहा। कज के कह दो सतनाम। पिंगल गया उच्ची सारी। बाबा करम सिंह जी कहते बीबी पौड़ी हैगी कोई? उन्हें किते लंबी पौड़ी
ਕਹਿੰਦੇ ਬਾਬਾ ਕਰਮ ਸਿੰਘ ਜੀ ਨੇ ਫੌਜ ਦੀ ਵਰਦੀ ਵਿੱਚ ਅਜੇ ਸੰਤ ਪਦਵੀ ਵਾਲ ਬਾਅਦ ਚ ਉਦੋਂ ਨੌਕਰੀ ਆਉਂ ਪੌੜੀ ਲਾਈ ਥਲਵੀਂ ਮੰਜ਼ਿਲ ਤੇ ਅੱਗੇ ਤੇ ਪੌੜੀ ਛੋਟੀ ਬੀਬੀ ਕੋਈ ਹੋਰ ਪੌੜੀ ਹੈਗੀ ਇੱਕ ਕਹਿੰਦੇ ਉਹ ਜਲਦੀ ਨਾਲ ਲੱਭ ਕੇ ਲਿਆਈ ਪੌੜੀ ਆਂਢ ਗੁਆਂਢ ਕਿਸੇ ਘਰਾਂ ਚੋਂ ਤੇ ਬਾਬਾ ਕਰਮ ਸਿੰਘ ਕਹਿੰਦੇ ਬੀਬੀ ਰੱਸੀ ਹੈਗੀ ਹੈ ਇਹਨਾਂ ਦੋਵਾਂ ਪੌੜੀਆਂ ਨੂੰ ਬੰਨ ਕੇ ਪੌੜੀ ਵੱਡੀ ਕਰ ਕਹਿੰਦੇ ਬੀਬੀ ਰੱਸੀ ਲੱਭੇ ਤੇ ਰੱਸੀ ਨਾ ਲੱਭੇ ਉਦੋਂ ਅੱਗ ਦੀਆਂ ਲਾਟਾਂ ਜਾ ਰਹੀਆਂ ਵੇਖੋ ਤੇ ਕਹਿੰਦੇ ਬਾਬਾ ਕਰਮ ਸਿੰਘ ਜੀ ਨੂੰ ਕੁਝ ਨਾ ਸੁਝਿਆ ਜਦੋਂ ਰੱਸੀ ਨਾ ਲੱਭੀ ਸਾਖੀ 'ਚ ਲਿਖਿਆ ਆਪਣੀ ਪੱਗ ਲਾ ਕੇ ਤੇ ਉਹਨਾਂ ਦੋਵਾਂ ਪੌੜੀਆਂ ਨੂੰ ਬੰਨ ਦਿੱਤਾ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਉਪਕਾਰ ਉਮਾ ब्रह्म ज्ञानी के गरीबी समा ब्रह्म ज्ञानी पर उपकार ब्रह्म ज्ञानी पर उपकार उमा वाह वाह ਵਾਹਿਗੁਰੂ 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 पर उपकार सारी संगत गज के आखो सतनाम श्री वाहिगुरू। कि मैं कुदरती कलगीधर दा बचन कहूँ गरीब दी राखी आ नक्शा जा आ गया कहते पग ला के ते पौड़ी बनती ਹੁਣ ਸੁਣਿਓ ਸੰਗਤ ਜੀ ਜਦੋਂ ਉਹ ਪੌੜੀ ਲਾਈਆਂ ਨਾ ਦੋਵੇਂ ਬੰਨ ਕੇ ਜੋੜ ਕੇ ਲੰਬੀ ਕਰ ਲਈ ਅੱਗ ਦੀਆਂ ਲਾਟਾਂ ਚੱਲ ਰਹੀਆਂ ਦੂਜੀ ਮੰਜ਼ਿਲ ਵੱਲ ਉਹ ਪੌੜੀ ਤੇ ਚੜਨ ਲੱਗੇ ਤੇ ਕਹਿੰਦੇ ਲਾਲ ਸਿੰਘ ਜੀ ਬਾਬਾ ਕਰਮ ਸਿੰਘ ਜੀ ਦੇ ਸਾਥੀ ਨੇ ਬਾਹ ਫੜ ਲਈ ਕਰਮ ਸਿੰਘ ਕੀ ਕਰ ਰਹੇ ਹੈ ਸਿੱਧਾ ਮੌਤ ਦੇ ਮੂੰਹ ਵਿੱਚ ਹੱਥ ਪਾ ਰਹੇ ਐਡੀ ਅੱਗ ਲਪਟਾਂ ਦੇ ਨਾਲ ਉੱਤਰ ਨੂੰ ਜਾ ਰਹੀ ਹੈ ਕੀ ਕਰ ਰਹੇ ਸਿੱਧੀ ਆਪਣੀ ਹੋਤੀ ਦੇ ਰਹੇ ਸਿੱਧਾ ਆਪਣੇ ਆਪ ਨੂੰ ਅੱਗ 'ਚ ਪਾ ਰਹੇ ਕਹਿੰਦੇ 4-5 ਡੰਡੇ ਬਾਬਾ ਕਰਮ ਸਿੰਘ ਜੀ ਚੜੇ ਸੀ ਜਦੋਂ ਸਾਥੀ ਨੇ ਬਾਹ ਫੜ ਲਈ ਥੱਲੇ ਆ ਗਏ ਕੋਲ ਆ ਗਏ ਹੁਣ ਦੋਵੇਂ ਬਾਬਾ ਕਰਮ ਸਿੰਘ ਜੀ ਨਾ ਆਪਣੇ ਸਾਥੀ ਲਾਲ ਸਿੰਘ ਦੇ ਕੰਨ 'ਚ ਕਹਿੰਦੇ ਫਿਰ ਕੀ ਕਰੀਏ ਉਹ ਬੀਬੀ ਵੱਲ ਵੇਖ ਪੁੱਤਰ ਦੂਜੀ ਮੰਜ਼ਿਲ 'ਚ ਸੁੱਤਾ 2 ਸਾਲ ਦਾ ਇੱਕ ਵਾਰੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਖਾਲਸਾ ਸੋ ਨਿਰਧਨ ਕੋ ਪਾਏ ਇੱਕ ਬੰਨੇ ਤੁਸੀਂ ਕਹਿੰਦੇ ਵੀ ਅੱਗ ਵਿੱਚ ਇਹ ਗੱਲ ਹੁਣ ਤੁਹਾਡੇ ਪਕੜਨ ਨਾ ਲਈ ਜੇ ਮੈਂ ਇਸ਼ਾਰਾ ਜਿਹਾ ਦੇ ਦੇਣਾ ਤੁਹਾਨੂੰ ਡਿਟੇਲ ਨਹੀਂ ਦੱਸ ਕਰੇ ਹੁਣ ਇਹ ਗੁਰਸਿੱਖ ਕੰਨ 'ਚ ਗੱਲ ਕਰ ਰਹੇ ਆਪਣੀ ਅਧਿਆਤਮਕ ਉਹ ਬਾਬਾ ਜੀ ਉਹਨੂੰ ਕਹਿੰਦੇ ਵੀ ਕੀ ਕਰੀਏ ਉਹ ਕਹਿੰਦੇ ਸਿੱਧੀ ਅੱਗ ਦੀਆਂ ਲਪਟਾਂ ਬਾਬਾ ਕਰਮ ਸਿੰਘ ਜੀ ਕਹਿੰਦੇ ਫਿਰ ਫਾਰਮੂਲਾ ਨੰਬਰ 2 ਗੱਜ ਕੇ ਆਖੋ ਸਤਨਾਮ ਮੈਂ ਇਸ਼ਾਰਾ ਜਿਹਾ ਦੇਣਾ ਨਾ ਬਾਬਾ ਲਾਲ ਸਿੰਘ ਜੀ ਭਾਈ ਲਾਲ ਸਿੰਘ ਜਿਹੜਾ ਸਾਥੀ ਫੌਜ ਦਾ ਕਹਿੰਦੇ ਉਹ ਕਿਹੜਾ ਹੁਣ ਉਹ ਫਾਰਮੂਲਾ ਕਿਹੜਾ ਇਸ਼ਾਰਾ ਜਿਹਾ ਹੀ ਦੇਾਂਗੇ
ਬਾਬਾ ਕਰਮ ਸਿੰਘ ਕਹਿੰਦੇ ਮੈਂ ਮੁੱਖ ਵਿੱਚ 4 ਵਾਰੀ ਵਾਹਿਗੁਰੂ ਤੇ ਸੰਪਟ ਲਾ ਦੇਣਾ ਵਾ, ਆਪੇ ਪਾਵਕ ਆਪੇ ਪਵਨ ਗੱਜ ਗਿਆ ਕੋ ਸਤਨਾਮ। ਮੈਂ ਇਸ਼ਾਰਾ ਸਮਝ ਲੈਣਾ, ਤੁਸੀਂ ਅਮੀਰ ਕਿੰਨੇ ਹੋ। ਇਹ ਗੱਲਾਂ ਖੁੱਲ੍ਹ ਕੇ ਨਹੀਂ ਕੀਤੀਆਂ ਜਾ ਸਕਦੀਆਂ। ਜਿਹਦੇ ਨਾਲ ਬੀਤਦੀਆਂ ਉਹਨਾਂ ਨੂੰ ਪਤਾ ਹੈ ਕਿ ਬਾਣੀ ਕਿਵੇਂ ਕਵਰ ਕਰ ਜਾਂਦੀ ਹੈ। ਇਹ ਅਧਿਆਤਮਕ ਬਾਤ ਹੈ। ਆਪਣੇ ਸਾਥੀ ਦੇ ਕੰਨ 'ਚ ਕਹਿੰਦੇ ਲਾਲ ਸਿਆਂ ਤੂੰ ਥੱਲੇ ਸੰਪਟ ਲਾ ਦੇ, ਮੈਂ ਉੱਤੇ ਗੱਜ ਕੇ ਆਖੋ ਸਤਨਾਮ। ਕੰਮ ਤੇ ਕਰਨਾ ਹੈ। 2 ਸੰਪਟ ਲਾਏ ਜੀ, ਜਰਾ ਸੁਣ ਲਓ ਪਿਆਰ ਦੇ ਨਾਲ। ਬਾਬਾ ਕਰਮ ਸਿੰਘ ਜੀ ਨੇ ਮੁੱਖ 'ਚ ਸੰਪਟ ਕਿਹੜਾ ਲਾ ਲਿਆ? ਆਪੇ ਪਾਵਕ ਆਪੇ ਪਵਨਾ, ਓਏ ਆਪੇ ਪਾਵਕ ਆਪੇ ਪਵਨਾ। ਬੋਲੋ ਭੈਣੋ, ਆਪੇ ਜਾਰੇ ਖਸਮ ਤਾਂ ਰਾਖੇ ਕਵਨਾ, ਜਾਰੇ ਖਸਮ ਤਾਂ ਰਾਖੇ ਕਵਨਾ। ਬੋਲੋ ਭੈਣੋ, ਜਾਰੇ ਖਸਮ। ਹੁਣ ਅਰਥ ਸਮਝ ਲੈਣਾ। ਅੱਗ ਵੀ ਤੂੰ ਏ, ਪਵਨ ਵੀ ਤੂੰ ਏ, ਗੱਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਤੂੰ ਸਾੜੇ ਕੌਣ ਰਾਖੀ ਕਰੇ? ਤੂੰ ਰਾਖੀ ਕਰੇ, ਕੌਣ ਸਾੜੇ? ਬਾਬਾ ਕਰਮ ਸਿੰਘ ਜੀ ਕਹਿੰਦੇ ਲਾਲ ਸਿੰਘ ਜੀ ਮੈਂ ਮੁੱਖ ਵਿੱਚ ਐ ਸੰਪਟ ਲਾਨਾ ਤੇ ਤੁਸੀਂ ਥੱਲੇ ਪੌੜੀ ਤੇ ਖਲੋਵੋ ਤੇ ਆ ਸੰਪਟ ਲਾ ਦਿਓ। ਪੜਿਓ ਜੀ, ਥੱਲੇ ਕਿਹੜਾ ਸੰਪਟ ਲਾਇਆ? ਗੁਰ ਕਾ ਬਚਨ ਬਸੇ ਜੀ ਨਾਲੇ, ਓਏ ਗੁਰ ਕਾ ਬਚਨ ਬਸੇ ਜੀ ਨਾਲੇ। ਜਲ ਨਹੀਂ ਡੂਬੇ ਦਸ ਕਰ ਨਹੀਂ ਲੈਵੇ, ਜਲ ਨਹੀਂ ਡੂਬੇ ਦਸ ਕਰ ਨਹੀਂ ਲੈਵੇ। ਬੋਲੋ ਭੈਣੋ, ਪਾਏ ਨਾ ਸਾਕੇ ਜਲੇ, ਪਾਏ ਨਾ ਸਾਕੇ ਜਲੇ। ਗਾਇ ਕੇ ਭੈਣੋ, ਗੁਰ ਕਾ ਬਚਨ ਬਸੇ ਜੀ ਨਾਲੇ, ਗੁਰ ਕਾ ਬਚਨ ਬਸੇ ਜੀ ਨਾਲੇ। ਭੈਣੋ ਗਾਇ ਕੇ ਇਹ ਖੁੱਲ ਕੇ ਨਹੀਂ ਦੱਸ ਸਕਦਾ। ਤੁਸੀਂ ਸੰਗਤ ਦੇ ਰੂਪ 'ਚ ਬੈਠੇ ਹੋ, ਸਾਈਡ ਇਸ਼ਾਰਾ ਦਿੱਤਾ ਜਾਂਦਾ, ਤੁਸੀਂ ਇੰਨੇ ਅਮੀਰ ਹੋ। ਬਸ ਇਹਦਾ ਪੱਲਾ ਫੜ ਕੇ ਰੱਖੋ, ਗੁਰੂ ਗ੍ਰੰਥ ਸਾਹਿਬ ਦਾ, ਬਾਣੀ ਦਾ। ਇਹ ਚੀਜ਼ ਨੂੰ ਪ੍ਰਗਟ ਕਰੋ ਤੇ ਅਸਰ ਖਤਮ ਹੋ ਜਾਏਗਾ। ਸੁਣ ਲਿਓ, ਇਹ ਚੀਜ਼ਾਂ ਗੁਪਤ ਕੰਮ ਕਰਦੀ, ਦੱਸਣ ਨਾਲ ਗੱਲ ਖਤਮ ਹੋ ਜਾਂਦੀ। ਇੱਥੇ ਥੋੜਾ ਜਿਹਾ ਤਾਂ ਬੋਲਣਾ ਪੈਂਦਾ ਕਿ ਸਿਰਫ ਗੱਲ ਦੀ ਪਕੜ 'ਚ ਆ ਜਾਵੇ। ਕੱਲ ਨੂੰ ਕੁਝ ਕਰਨਾ ਹੈ ਤੇ ਇਹਨੇ ਪੜਦਾ ਮੰਗਿਆ, ਆਖੋ ਸਤਨਾਮ। ਪੜਦਾ ਔਰ ਮਹਾਂਪੁਰਸ਼ ਲੈਂਦੇ ਰਹੇ ਸਨ। ਮੈਂ ਇਸ ਬਾਤ ਨੂੰ ਕੀ ਦੱਸਾਂ, ਸਿਰਫ ਬੋਲਦਾ ਮੈਂ ਤਾਂ ਪਿਆ ਕਿ ਗੁਰ ਕਿਰਪਾ ਨੌਜਵਾਨ ਸੇਵਕ ਜਥਾ ਦੇ ਸਟੇਜ ਤੇ ਵੀ ਮਾਇਆ ਲੱਗੀ ਆ, ਸਜਾਵਟ ਤੇ ਵੀ, ਟੈਂਟਾਂ ਤੇ ਵੀ, ਹੋਰ ਵੀ ਲੰਗਰਾਂ ਤੇ। ਕਿਤੇ ਅੱਜ ਦੇ ਦੀਵਾਨ 'ਚ ਤੁਸੀਂ ਇਸ ਆਸਥਾ ਨਾਲ ਜੁੜ ਗਏ ਕਿ ਸਮਾਗਮ ਕਰਾਇਆ ਸਫਲਾ ਹੋ ਜਾਏਗਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਥੋੜਾ ਜਿਹਾ ਤਾਂ ਬੋਲਣਾ। ਇਹ ਪੜੋ, ਸੰਤ ਅਤਰ ਸਿੰਘ ਦੀ ਮਸਤੂਆਣੇ ਵਾਲੇ ਮਹਾਂਪੁਰਸ਼ਾਂ ਵੇਲੇ
ਜਦੋਂ ਉਹਨਾਂ ਦਾ ਇੱਕ ਸੇਵਾਦਾਰ ਆ ਕੇ ਆਉਂ ਗਿਣਤੀ ਕਰਨ ਲੱਗ ਪਿਆ 1 2 3 4 5 6 ਤੇ ਬਾਬਾ ਅਤਰ ਸਿੰਘ ਜੀ ਕਹਿੰਦੇ ਕੀ ਗੱਲ ਵੀ ਆਵਾਜ਼ ਆ ਗਈ ਗਿਣਤੀ ਦੀ, ਗਿਣਤੀ ਕਿਉਂ ਕਰ ਰਿਹਾ? ਕਹਿੰਦਾ ਜੀ ਸੰਗਤ ਜ਼ਿਆਦਾ ਜਾਵਦੀ ਲੰਗਰ ਨਾ ਥੁੜ ਜੇ। ਆਖੋ ਸਤਨਾਮ। ਸੰਗਤ ਜ਼ਿਆਦਾ ਜਾਵਦੀ ਲੰਗਰ ਨਾ ਥੁੜ ਜੇ। ਤੇ ਸੰਤ ਅਤਰ ਸਿੰਘ ਜੀ ਕਹਿੰਦੇ ਭੋਲਿਆ ਆ ਜਿਹੜੇ ਬੈਠੇ ਨੇ ਇਹਨਾਂ ਦੀ ਗਿਣਤੀ ਤੇ ਕਰ ਲਏਗਾ, ਜਿਹੜੀਆਂ ਰੂਹਾਂ ਗੁਪਤ ਬੈਠੀਆਂ ਉਹਨਾਂ ਨੂੰ ਕਿੱਥੋਂ ਗਿਣ ਲਏਗਾ? ਉਹ ਕਿੱਥੋਂ ਗਿਣ? ਪ੍ਰੋਗਰਾਮ ਕਰਾਉਣ ਵਾਲੇ ਵਿੱਚ ਸ਼ਰਧਾ ਹੋਵੇ, ਕੀਰਤਨ ਕਰਨ ਵਾਲਾ ਮਾਇਆ ਕਰਕੇ ਨਾ ਆਇਆ ਹੋਵੇ, ਸੁਣਨ ਵਾਲੇ ਕੁਝ ਲੈਣ ਆਏ ਹੋਣ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਮੌਜੂਦ ਹੋਵੇ, ਉੱਥੇ ਅਸੀਂ ਤੁਸੀਂ ਨਹੀਂ ਹੁੰਦੇ, ਉੱਥੇ ਸ਼ਹੀਦ ਸਿੰਘ ਵੀ ਹਾਜ਼ਰੀ ਭਰ ਰਹੇ ਹੁੰਦੇ। ਮੈਨੂੰ ਆਂਦੇ ਇੱਕ ਅੱਧਾ ਮੁੰਡਾ ਕਹਿੰਦਾ ਜੀ ਇੱਥੋਂ 15 ਮਿੰਟ ਦਾ ਰਾਹ ਇਹ ਮੋਰਾਂ ਵੱਲ ਹੀ ਆਏ ਨੇ ਤੇ ਸੰਗਤ ਘੱਟ ਹੈ, ਗੁੱਸਾ ਨਾ ਕਰਨਾ। ਮੈਂ ਹੱਸ ਪਿਆ, ਮੈਂ ਕਿਹਾ ਮੋਰਾਂ ਵੱਲ ਹੀ ਕਿਹੜਾ ਉਪਰਾ, ਵੀ ਆਪਣੇ ਘਰ ਦਾ ਹੀ ਹੈ, ਸਾਰਾ ਦਿਨ ਇਕੱਠੇ ਹੀ ਰਹੇ ਆਪਾਂ। ਅੱਜ ਵੀ ਮੋਰਾਂ ਵੱਲ ਹੀ ਬਹੁਤ ਪਿਆਰ ਕਰਦੇ ਆ, ਬਹੁਤ ਰੰਗ ਰਤੜੇ ਨੇ, ਗੁਰੂ ਦੀ ਕਿਰਪਾ। ਆਪਾਂ ਸਮਝਦੇ ਹਾਂ ਵੀ ਜੋਸ਼ 'ਚ ਬੋਲਦੇ ਆ ਤੇ ਪਰ ਨਿਮਰਤਾ ਬਹੁਤ ਹੋਣਾ ਚਾਹੀਦਾ। ਆਖੋ ਸਤਨਾਮ। ਬਹੁਤ ਇਹ ਤੇ ਬਾਬੇ ਦੇ ਪਰਿਵਾਰ ਨੇ ਜੋ ਪ੍ਰੋਗਰਾਮ ਕਰਾ ਰਹੇ ਨੇ, ਜਿਹੜੇ ਬੁਲਾਰੇ ਆਉਂਦੇ ਨੇ। ਉਹ ਫਿਰ ਮੁੰਡੇ ਨੇ ਮੈਨੂੰ ਕਿਹਾ ਨਾ ਜਦੋਂ, ਤਾਂ ਮੈਂ ਹੱਸ ਪਿਆ, ਮੈਂ ਕਿਹਾ ਇਹਦਾ ਜਵਾਬ ਮੈਂ ਸਟੇਜ ਤੇ ਹੀ ਦੇਵਾਂਗਾ। ਤੂੰ ਕਹਿੰਦਾ 15 ਮਿੰਟ ਦੂਰ ਦੂਜਾ ਪ੍ਰੋਗਰਾਮ ਹੈ ਜੀ, ਸੰਗਤ ਘੱਟ ਹੈ, ਉਹ ਮੈਂ ਕਿਹਾ ਇਹਨਾਂ ਦੀ ਗਿਣਤੀ ਤੇ ਕਰ ਲਏਗਾ, ਜਿਹੜੀਆਂ ਦੇਵੀ ਦੇਵਤੇ ਗੁਪਤ ਰੂਹਾਂ ਹਾਜ਼ਰੀ ਲਾ ਰਹੀਆਂ, ਓਏ ਉਹਨਾਂ ਨੂੰ ਕੌਣ ਵੇਖੇਗਾ? ਗੱਜ ਕੇ ਕਹਿ ਦਿਓ ਸਤਨਾਮ। ਉਹ ਵੀ ਵਿਰਾਜਮਾਨ ਨੇ, ਹੋਵੇ ਸੱਚਾਈ, ਯਕੀਨ ਹੈ। ਇਸ ਦੇਈ ਕੋ ਸਿਮਰੈ ਦੇਵ। ਸੰਤ ਅਤਰ ਸਿੰਘ ਜੀ ਵੇਲੇ ਨਾ ਕੋਈ ਦੀਵਾਨ ਸੀ ਤੇ ਉਹਨਾਂ ਨੇ ਰਾਗੀ ਸਿੰਘ ਜੀ ਨੂੰ ਕਿਹਾ ਵੀ ਕੀਰਤਨ ਸ਼ੁਰੂ ਕਰੋ। ਉਹ ਕਹਿੰਦਾ ਜੀ 10-15 ਬੰਦੇ ਬੈਠੇ ਆ, ਥੋੜੀ ਸੰਗਤ ਆ ਲਵੇ ਫਿਰ ਕਰਦੇ ਆ। ਆਖੋ ਸਤਨਾਮ। ਉਹ ਕਹਿੰਦੇ ਵੀ ਟਾਈਮ ਹੋ ਰਿਹਾ, ਫਿਰ ਹੋਰ ਜਥੇ ਲੱਗਣੇ, ਫਿਰ ਉਹ ਵੀ ਕਰੋ ਸ਼ੁਰੂ। ਨਹੀਂ ਜੀ ਜੇ 15 ਬੰਦੇ ਬੈਠੇ ਵੀ ਸੰਗਤ ਆ ਜੇ। ਸੰਤ ਅਤਰ ਸਿੰਘ ਜੀ ਸਟੇਜ ਤੇ ਬੈਠਿਆ ਕਹਿੰਦੇ ਤੈਨੂੰ 15 ਬੰਦੇ ਨਜ਼ਰ ਆ ਰਹੇ, ਮੈਨੂੰ ਤੇ ਸਾਰਾ ਪੰਡਾਲ ਹੀ ਭਰਿਆ ਨਜ਼ਰ ਆ ਰਿਹਾ। ਕਹਿੰਦਾ ਜੋ ਕਿਵੇਂ? ਕਿਉਂ ਸਿਮਰਪ੍ਰੀਤ? ਸਮਝ ਗਿਆ ਕੁੰਡੀ। ਮਹਾਂਪੁਰੀ ਕਹਿੰਦੇ ਤੈਨੂੰ ਤੇ 15 ਬੰਦੇ ਨਜ਼ਰ ਆ ਰਹੇ, ਮੈਨੂੰ ਪੰਡਾਲ ਭਰਿਆ ਨਜ਼ਰ। ਜੀ ਸਮਝੇ ਨਹੀਂ। ਉਹ ਕਹਿੰਦੇ ਜਿੱਥੇ ਗੁਰੂ ਕੇ ਪਿਆਰੇ ਨਿਸ਼ਕਾਮਤਾ ਤੇ ਸੱਚੇ ਪਿਆਰੇ ਮੁਹੱਬਤ ਪ੍ਰੇਮ ਹੈ, ਉੱਥੇ ਤੁਸੀਂ ਅਸੀਂ ਨਹੀਂ, ਉੱਥੇ ਗੁਰੂ ਕੇ ਪਿਆਰਿਓ ਸ਼ਹੀਦ ਸਿੰਘ ਵੀ। ਮੈਂ ਪਿਆਰ ਨੂੰ ਕਿਵੇਂ ਦੱਸਾਂ? ਹੁਣ ਭਾਵੇਂ ਕੋਈ ਫੀਲ ਕਰ ਲੇ, ਕਦੀ ਨਾਨਕਸਰ ਸਾਹਿਬ ਜਾਓ, ਸਭ ਤੋਂ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਉਸ ਤੋਂ ਬਾਅਦ ਸਾਰੀ ਵਿਛਾਈ ਖਾਲੀ ਖਾਲੀ ਤੁਰੀ ਆਏਗੀ। ਇੱਧਰ ਕੀਰਤਨੀ ਹੈ, ਉਧਰ ਸੰਗਤ, ਬਾਬਾ ਜੀ ਟੋਇਆ ਪੁੱਟ ਕੇ, ਤੇ ਵਿਚਕਾਰ ਵੇਖੋ ਵਿਛਾਈ, ਉੱਥੋਂ ਕੋਈ ਲੰਘ ਨਹੀਂ ਸਕਦਾ। ਇੱਧਰ ਮੈਂ ਪੁੱਛ ਲਿਆ, ਮੈਂ ਕਿਹਾ ਜੀ ਇੱਥੋਂ ਲੰਘਣ ਕਿਉਂ ਨਹੀਂ ਦਿੰਦੇ? ਕਹਿੰਦੇ ਬਾਬਾ ਜੀ ਭਾਵਨਾ ਬਣਾਉਂਦੇ ਸੀ, ਜਿੰਨੀ ਖਾਲੀ ਵਿਛਾਈ ਏ ਉੱਥੇ ਗੁਪਤ ਰੂਹਾਂ ਵੀ ਬਹਿ ਕੇ ਕੀਰਤਨ ਸੁਣਨ ਦੀ ਹਾਜ਼ਰੀ ਭਰ ਰਹੀ ਹੈ। ਉਹ ਵੀ ਹਾਜ਼ਰੀ ਭਰ ਰਹੀ ਹੈ। ਇਹ ਗੱਲਾਂ ਪਿਆਰ ਦੀਆਂ। ਮੈਂ ਇਸ਼ਾਰਾ ਜਿਹਾ ਸਾਈਡ ਜ਼ਿਆਦਾ ਖੋਲੀਏ ਤੇ ਡਰ ਹੁੰਦਾ ਸਾਨੂੰ ਵੀ ਝਟਕਾ ਨਾ। ਆਖੋ ਸਤਨਾਮ। ਲੇਕਿਨ ਮਾੜਾ ਜਿਹਾ ਇਸ਼ਾਰਾ ਤਾਂ ਦੇਣਾ ਪੈਂਦਾ ਕਿ ਉਹ ਹਾਜ਼ਰ ਨਾਜ਼ਰ ਨੇ, ਉਹ ਤੁਹਾਡੇ ਕੋਲ ਨੇ। ਸਿਰਫ ਇੱਕ ਕੰਮ ਕਰ ਲਓ, ਜਿੰਨੇ ਮੇਰੇ ਵੀਰ ਬੈਠੇ ਹੋ ਭੈਣਾਂ, ਅੱਜ ਉਹ ਕੰਮ ਕਰ ਦਿਓ। ਇੱਧਰ ਵੀ ਜਿੰਨੀ ਸੰਗਤ ਬੈਠੀ ਹੈ ਉਹ ਕੰਮ ਕਰ ਦਿਓ। ਮੈਂ ਗੁਰੂ ਦੀ ਹਜ਼ੂਰੀ 'ਚ ਕਹਿੰਦਾ, ਰੱਬ ਤੁਹਾਡੇ ਨਾਲ ਜੇ, ਕਲਗੀਧਰ ਤੁਹਾਡੇ ਨਾਲ ਹੋਣਗੇ। ਉਹ ਕੀ ਕੰਮ? ਇੱਕੋ ਕਰ ਦਿਓ। ਉਹ ਕੰਮ ਪਤਾ ਕਿਹੜਾ?
ਸੰਤ ਅਤਰ ਸਿੰਘ ਜੀ ਮਸਤੂਆਣੇ ਨੂੰ ਕਿਸੇ ਨੇ ਕਿਹਾ, ਮਹਾਂਪੁਰਸ਼ੋ ਪ੍ਰੇਮ ਦੇ ਕੀ ਅਰਥ ਨੇ? ਹੁਣ ਤੁਹਾਨੂੰ ਕੋਈ ਕਵੇ ਪ੍ਰੇਮ ਦੇ ਅਰਥ, ਤੁਸੀਂ ਕਹੋਗੇ ਭਾਓ, ਪ੍ਰੇਮ ਦੇ ਅਰਥ ਭਾਵਨਾ, ਪ੍ਰੇਮ ਦੇ ਅਰਥ ਪ੍ਰੀਤ, ਪ੍ਰੇਮ ਦੇ ਅਰਥ ਜੀ ਆਪਣਾ ਪ੍ਰਤੀਤ, ਇਹੋ ਅਰਥ ਕਰਾਂਗੇ ਨਾ। ਪ੍ਰੇਮ ਦੇ ਅਰਥ ਜੀ ਪਿਆਰ। ਸੰਤ ਅਤਰ ਸਿੰਘ ਜੀ ਕਹਿੰਦੇ ਪ੍ਰੇਮ ਦੇ ਅਰਥ ਪਿਆਰ ਵੀ ਨੇ, ਪ੍ਰੀਤ ਵੀ ਹੈ, ਭਾਵਨਾ ਵੀ ਹੈ। ਪਰ ਕਹਿੰਦੇ ਪ੍ਰੇਮ ਦੇ ਪੂਰੇ ਅਰਥ ਪਤਾ ਕੀ ਹੈ? ਪ੍ਰੇਮ। ਹੁਣ ਜਰਾ ਧਿਆਨ ਨਾਲ ਪੜਿਓ, ਪ੍ਰੇਮ, ਪਰੇ ਮੈਂ, ਅਜੇ ਕੰਮ ਕਰਦੇ ਹੋ, ਪਰੇ ਮੈਂ। ਕਹਿੰਦੇ ਜਿੰਨੇ ਮੈਂ ਪਰੇ ਕਰ ਦਿੱਤੀ, ਸਮਝ ਲਓ ਪ੍ਰੇਮ ਉਹਦੀ ਜ਼ਿੰਦਗੀ ਚ ਆਇਆ। ਗੱਜ ਕੇ ਆਖੋ ਸਤਨਾਮ। ਪਰੇ ਮੈਂ, ਪਰੇ ਮੈਂ। 2.5 ਘੰਟੇ ਗੁਰੂ ਨਾਨਕ ਨੂੰ ਬੈਠਕ ਦਿਓ, ਬੰਦਗੀ ਕਰੋ, ਨਾਮ ਜਪੋ, ਗ੍ਰਸਤੀ 'ਚ ਰਹਿੰਦੇ ਆ, ਇਹ ਸਭ ਕੁਝ ਕਰਦੇ ਆ, ਇੱਕ ਹਉਮੈ ਨੇੜੇ ਨਾ ਆਣ ਦਿਓ। ਮੈਂ ਗੁਰੂ ਦੀ ਹਜ਼ੂਰੀ 'ਚ ਕਹਿੰਦਾ, ਜਿੱਧਰ ਜਾਓਗੇ ਕਲਗੀਧਰ ਤੁਹਾਡੇ ਨਾਲ ਚੱਲਣਗੇ। ਜਿਹਦੀ ਮੈਂ ਪਰੇ ਹੋ ਜੇ, ਆਖੋ ਸਤਨਾਮ। ਜਿੰਨੀ ਦੂਰੀ ਮੈਂ ਦੀ ਹੈ, ਹੋਰ ਕੋਈ ਦੂਰੀ ਨਹੀਂ, ਕਿਹਦਾ ਤਿਆਗ ਹੋ ਜੇ ਬਸ। ਤੇਰੀ ਸਟੇਜ ਤੋਂ ਜਿੰਨੀ ਮਰਜ਼ੀ ਸਿਫਤ ਹੋ ਜੇ, ਤੇਰੀ ਸਟੇਜ ਤੋਂ ਜਿੰਨੀ ਮਰਜ਼ੀ ਮਹਿਮਾ ਹੋ ਜੇ, ਤੇਰੇ ਅੰਦਰ ਇੱਕ ਵਿਸ਼ਵਾਸ ਹੋਵੇ ਕਿ ਇੱਕ ਕਦਮ ਵੀ ਤੂੰ ਅਗਲਾ ਨਹੀਂ ਪੁੱਟ ਸਕਦਾ, ਤੇ ਤੇਰੇ ਸਿਰ ਦੇ ਉੱਤੇ ਕਲਗੀਧਰ ਮਹਾਰਾਜ ਦੀ ਨਜ਼ਰ ਨਾ ਹੋਵੇ। ਇੱਕ ਕਦਮ ਨਹੀਂ ਬੰਦਾ ਪੁੱਟ ਸਕਦਾ, ਆਖੋ ਸਤਨਾਮ। ਇੱਕ ਸਵਾਸ ਨਹੀਂ ਲੈ ਸਕਦਾ। ਤੂੰ ਕੀ ਲਹਿਰ ਚਲਾ ਲੇਗਾ? ਇੱਕ ਸਵਾਸ ਨਹੀਂ ਤੇਰੇ ਹੱਥ ਦਾ। ਇਹ ਕਿਤੇ ਚੀਜ਼ਾਂ ਅੰਦਰ ਵਸਿਆ, ਮੈਂ ਪਰੇ ਹੋ ਜੇ, ਉਹ ਕਿਤੇ ਗਿਆ ਹੀ ਨਹੀਂ। ਹਉ ਬੂਆ ਖੁਦਾ ਹੁਆ, ਆਖੋ ਸਤਨਾਮ। ਕਲਗੀਧਰ ਦੇ ਬਚਨ ਪੀਰ ਬੁੱਧੂ ਸ਼ਾਹ ਨੂੰ, ਪੀਰ ਬੁੱਧੂ ਖਾਂ ਜਾ ਕਹਿੰਦਾ ਜੀ, ਅੱਲਾ ਦੇ ਬੰਦੇ ਦਾ, ਖੁਦਾ ਦੇ ਬੰਦੇ ਦਾ ਮੇਲ ਕਿਵੇਂ ਹੋਵੇ? 8 ਅੱਖਰਾਂ 'ਚ ਜਵਾਬ ਦਿੱਤਾ। 8 ਅੱਖਰਾਂ 'ਚ ਮਹਾਰਾਜ ਨੇ ਕਹਿੰਦੇ, ਹਉ ਬੂਆ ਖੁਦਾ ਹੁਆ, ਮੈਂ ਮਰਨ ਦੀ ਦੇਰ ਹੈ ਖੁਦਾ ਦੇ ਅੰਦਰ ਹੀ, ਆਖੋ ਸਤਨਾਮ। ਅੱਜ ਇਹਨੂੰ ਮਾਰ ਦਿਓ, ਪ੍ਰਣ ਕਰ ਲਓ। ਨਾ ਰੂਪ ਦਾ ਮਾਣ ਕਰਨਾ, ਨਾ ਮਾਇਆ ਦਾ ਕਰਨਾ, ਨਾ ਸਿਆਣਪ ਦਾ ਕਰਨਾ, ਨਾ ਬਹੁਤੇ ਪੜ੍ਹੇ ਲਿਖੇ ਦਾ ਮਾਣ ਕਰਨਾ, ਨਾ ਗਿਆਨੀ ਦਾ ਮਾਣ ਕਰਨਾ, ਨਾ ਕੀਰਤਨ ਦਾ ਮਾਣ, ਨਾ ਕਥਾ ਦਾ ਮਾਣ। ਮੈਂ ਸੋਸਾਇਟੀ ਚਲਾ ਰਿਹਾ, ਨਾ ਉਹਦਾ ਮਾਣ, ਨਾ ਕੋਈ ਬਲ ਹੈ ਉਹਦਾ ਮਾਣ। ਮੇਰੇ ਨਾਲ 50 ਮੁੰਡੇ ਨੇ, ਨਾ ਉਹਦਾ ਮਾਣ। ਜਮਾਤ ਦਾ ਮਾਣ, ਇਹਨੂੰ ਜਮਾਤ ਦਾ ਮਾਣ ਕਹਿੰਦੇ। ਮੇਰੀ ਜਮਾਤ ਬੜੀ ਵੱਡੀ, ਆਖੋ ਸਤਨਾਮ। ਗੁਣ ਦਾ ਮਾਣ। ਸਾਡੇ ਮਾਲਕ ਤੇ ਇੱਥੋਂ ਤੱਕ ਕਹਿੰਦੇ ਸੀ, ਬਾਬਾ ਨੰਦ ਸਿੰਘ ਜੀ ਕਹਿੰਦੇ, ਗੁਰੂ ਦਾ ਸਿੱਖ ਜਦੋਂ ਸੰਗਤ ਵਿੱਚ ਆਵੇ, ਜਦੋਂ ਸੰਗਤ ਚ ਆਵੇ, ਜਦੋਂ ਜੋੜੇ ਲਾਵੇ, ਆਪਣੇ ਗੁਣ ਨੂੰ ਜੋੜਿਆਂ 'ਚ ਰੱਖ ਕੇ ਅੰਦਰ ਖਾਲੀ ਹੋ ਕੇ ਜਾਵੇ, ਉਹ ਝੋਲੀਆਂ ਭਰ ਕੇ ਜਾਂਦਾ ਹੈ। ਜਿਹੜਾ ਗੁਣ ਅੰਦਰ ਲੈ ਆਇਆ ਸੰਗਤ, ਉਹ ਗੁਰੂ ਸੌਦਾ ਕਿਤੇ ਪਾਏਗਾ, ਹੱਕ ਸਤਨਾਮ। ਭਾਂਡਾ ਹੀ ਭਰਿਆ। ਇੱਕ ਮੈਂ ਪਰੇ ਕਰ ਦਿਓ, ਘਰ 'ਚ ਵੀ ਕਰ ਦਿਓ। ਆਪਣੇ ਬੱਚਿਆਂ ਨੂੰ ਮਤਲਬ ਮਿੱਤਰ ਬਣਾ ਲਓ, ਯਾਰ ਬਣਾ ਲਓ। ਇਹਨਾਂ ਕੋਲ ਮੈਂ ਵੱਡਾ, ਬੱਚੇ ਨਹੀਂ, ਉਹਨਾਂ ਨੂੰ ਵੀ ਅੱਜ ਕੱਲ੍ਹ ਮਿੱਤਰ ਬਣਾ ਕੇ ਤੋਰੋ। ਜੇ ਬੱਚੇ ਕੋਲ ਕੋਈ ਗੱਲ ਹੋ ਵੀ ਗਈ, ਉਹਨੂੰ ਗਲਵੱਕੜੀ 'ਚ ਲੈ ਜਾਓ, ਸਾਈਡ 'ਤੇ, ਯਾਰ ਇੰਜ ਨਹੀਂ ਇੰਜ ਕਰ ਲਈਏ, ਵੇਖੋ ਉਹ ਗੁੱਸਾ ਨਹੀਂ ਕਰੂਗਾ, ਆਖੋ ਸਤਨਾਮ। ਜੇ ਅੱਜ ਪਹਿਲੇ ਮੈਂ ਧਰਨੀ ਹੈ ਤੇ ਫਿਰ ਤੈਨੂੰ ਕਹਿਣੀ, ਉਹ ਵੇਲੇ ਲੰਘ ਗਏ, ਆਖੋ ਸਤਨਾਮ। ਬੱਚਿਆਂ ਪ੍ਰਤੀ ਵੀ ਆਪਣੀ ਮੈਂ ਨੂੰ ਪਰੇ ਕਰਦੇ, ਪਤਨੀ ਪ੍ਰਤੀ ਵੀ, ਪਰਿਵਾਰ ਪ੍ਰਤੀ, ਮਹੱਲੇ ਪ੍ਰਤੀ, ਆਂਢ ਗੁਆਂਢ ਪ੍ਰਤੀ। ਇੰਨਾ ਆਨੰਦ ਜੇ, ਇੰਨਾ ਆਨੰਦ ਜੇ, ਮੈਂ ਗੁਰੂ ਦੀ ਹਜ਼ੂਰੀ ਕਹਿਣਾ ਵਾ, ਇਹਦਾ ਕੀ ਸਵਾਦ ਦੱਸੀ, ਆਖੋ ਸਤਨਾਮ। ਤੋ ਦਾਸ ਉੱਥੇ ਹੀ ਆਵੇ। ਸੰਤ ਅਤਰ ਸਿੰਘ ਜੀ ਦਾ ਇੱਕ ਸੇਵਾਦਾਰ, ਉਹ ਗਿਣਤੀ ਕਰੇ ਪਿਆ, ਤੇ ਸੰਤ ਅਤਰ ਜੀ ਨੇ ਗਿਣਤੀ ਕਿਉਂ ਕਰ ਰਹੇ ਆ? ਕਹਿੰਦਾ ਜੀ ਲੰਗਰ ਨਾ ਘਟ ਜੇ, ਸੰਗਤ ਜ਼ਿਆਦਾ। ਜਿੱਥੋਂ ਗੱਲ ਅੱਗੇ ਆਈ ਏ, ਤੇ ਸੰਤ ਅਤਰ ਸਿੰਘ ਜੀ ਨੇ ਜੁਗਤੀ ਦਿੱਤੀ, ਕਹਿੰਦੇ ਇੱਕ ਕੰਮ ਕਰੋ, ਇਹ ਗਿਣਤੀ ਕਰ ਲੋਗੇ, ਦੂਜੀ ਕਿੱਥੋਂ ਕਰ ਲੋਗੇ? ਕਹਿੰਦੇ ਇੱਕ ਕੰਮ ਕਰੋ,
ਜਿਹੜੇ 15 ਸਰੀਰ ਲੰਗਰ ਵਰਤਾਣ ਵਾਲੇ ਨੇ ਉਹਨਾਂ ਨੂੰ ਕਹਿ ਦਿਓ 4 ਵਾਰੀ ਵਾਹਿਗੁਰੂ ਤੇ 2 ਪੰਕਤੀਆਂ ਮੂੰਹ 'ਚ ਪੜੀ ਜਾਣ, ਤਿਚਰ ਮੂਲ ਨਾ ਪੜੀਂਦੋ ਜਿਚਰ ਆਪ ਕਿਰਪਾਲ ਸ਼ਬਦ ਖੁੱਟ ਬਾਬਾ ਨਾਨਕਾ ਖਾਏ ਖਰਚ। ਸਾਰੀ ਸੰਗਤ ਭੋਗ, ਇਹਦੇ ਅਰਥ ਆਪੇ ਸਮਝ ਲੈਣਾ। ਲੰਗਰ ਘੱਟ ਨਾ ਜਾਵੇ ਤੇ ਸੰਬੜ ਕਿਹੜਾ ਦਿੱਤਾ? ਤਿਚਰ ਮੂਲ ਨਾ ਥੋੜੀ ਦੋ। ਤੁਹਾਡੇ ਕੋਲ ਕੀ ਖਜ਼ਾਨਾ? ਕਹਿੰਦੇ ਸਾਰੀ ਸੰਗਤ ਭੁਗਤ ਗਈ, ਲੰਗਰ ਤਾਂ ਵੀ ਵੱਧ ਗਿਆ। ਸੇਵਾਦਾਰ ਕਹਿੰਦਾ ਮਹਾਂਪੁਰਸ਼ੋਂ ਲੰਗਰ ਤਾਂ ਵੀ ਵੱਧ ਗਿਆ। ਸੰਤ ਅਤਰ ਸਿੰਘ ਜੀ ਕਹਿੰਦੇ ਇਹ ਜਿਹੜੀ ਸ਼ਬਦ ਦਾ ਸੰਪਟ ਲਾਇਆ ਉਹਦੀ ਕਿਰਪਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਚਰਮੂਲ ਨਾ ਪੜੀਂਦੋ। ਇਹ ਗੱਲਾਂ ਪਿਆਰ ਵਾਲੀਆਂ। ਬਾਬਾ ਕਰਮ ਸਿੰਘ ਜੀ ਨੇ ਮੁੱਖ 'ਚ ਲਾਤਾ ਸੰਪਟ ਆਪੇ ਪਾਵਕ ਥੱਲੇ ਕਹਿੰਦੇ ਲਾਲ ਸਿਆਂ ਤੂੰ ਸੰਪਟ ਲਾ ਦੇ ਗੁਰ ਕਾ ਬਚਨ ਬਸੇ ਜਲ ਨਹੀਂ ਡੂਬੇ ਤਸਕਰ ਨਹੀਂ ਲੈਵੇ ਭਾਈ ਨਾ ਦੋਵੇਂ ਹੁਣ ਸੰਪਟ ਲਾਤਾ। ਸੰਤ ਜੀ ਚੜ ਗਏ ਥੋੜੀ ਦੂਜੀ ਮੰਜ਼ਲ ਚੜ ਗਏ ਨੇ। ਕਹਿੰਦੇ ਜਿੰਨਾ ਕੀਮਤੀ ਸਮਾਨ ਸੀ ਨਾ ਉਤੋਂ ਥੱਲੇ ਸੁੱਟਿਆ ਉਸ ਮਾਈ ਦਾ। ਤੇ ਕਹਿੰਦੇ ਆਪਣੀ ਲੋਈ ਲੈ ਕੇ ਨਾ ਚੱਦਰ, ਉਹਨੇ ਫੌਜੀਆਂ ਨੂੰ ਜਾਚਾਂ ਵੀ ਹੁੰਦੀਆਂ, ਸਾਡੇ ਵਰਗਿਆਂ ਨੂੰ ਇਹ ਵੀ ਨਹੀਂ ਪਤਾ ਵੀ ਕੋਈ ਕੰਮ ਕਰਨਾ ਵੀ ਕਰੀਏ ਕਿਵੇਂ ਹੈ ਜੀ। ਅਸੀਂ ਦੁਕਾਨਦਾਰ ਲੋਕ ਹੋਏ। ਇਹ ਜਦੋਂ ਮੈਂ ਸਾਖੀ ਪੜ੍ਹੀ ਨਾ ਮੈਂ ਕਿਹਾ ਮਹਾਂਪੁਰਸ਼ ਫੌਜ ਵਿੱਚ ਸਿਖਾਉਂਦੇ ਵੀ ਹੈ, ਜਾਚ ਵੀ ਹੈਗੀ ਹੈ। ਉਹ ਦੂਜੀ ਮੰਜ਼ਲ ਤੇ ਨਾ ਬੱਚੇ ਨੂੰ ਚੁੱਕਿਆ, ਹੁਣ ਸਾਡੇ ਵਰਗਾ ਹੋਵੇ ਤਾਂ ਕੁਛੜ ਚੁੱਕ ਕੇ ਲਿਆਵੇ ਪੌੜੀ ਤੇ। ਹੱਕ ਸਤਨਾਮ। ਤੇ ਅੱਗ ਦੀਆਂ ਲਪਟਾਂ ਜਾ ਰਹੀਆਂ। ਐਡਾ ਦਿਮਾਗ ਫੌਜ ਵਿੱਚ। ਬਾਬਾ ਕਰਮ ਸਿੰਘ ਜੀ ਕਹਿੰਦੇ ਉਹ ਲੋਈ ਨਾ ਲੋਈ ਬੱਚੇ ਨੂੰ ਲੋਈ 'ਚ ਪਾ ਕੇ ਨਾ ਆਪਣੀ ਪਿੱਠ ਦੇ ਮਗਰੋਂ ਲੋਈ ਇੰਜ ਬੰਨ ਲਈ, ਦੋਵੇਂ ਹੱਥ ਖਾਲੀ, ਧਿਆਨ ਦੇਣਾ। ਬੱਚੇ ਨੂੰ ਪਿੱਠ ਵਾਲੇ ਬੰਨਿਓ, ਇਹ ਦੋਵੇਂ ਲੱਤਾਂ ਬੱਚੇ ਦੀਆਂ ਥੱਲੇ, ਮੁੱਖ ਉੱਤੇ ਤੇ ਉੱਤੇ ਲੋਈ ਬੰਨਤੀ। ਬੱਚੇ ਨੂੰ ਪਿੱਠ ਨਾਲ ਬੰਨ ਲਿਆ, ਬਾਹਾਂ ਦੋਵੇਂ ਖਾਲੀ। ਕਹਿੰਦੇ ਮੁੱਖ 'ਚ ਸੰਪਟ ਤੇ ਫਟਾਫਟ ਜਦੋਂ ਪੌੜੀ ਤੋਂ ਥੱਲੇ ਉਤਰੇ, ਕਹਿੰਦੇ ਜਦੋਂ ਉਹ ਮਾਂ ਤੇ ਬੱਚੇ ਇੱਕ ਦੂਜੇ ਦੇ ਹਿਰਦੇ ਨੂੰ ਲੱਗੇ, ਉਹਦੇ ਵਰਗੀ ਗਊ ਗਰੀਬ ਦੀ ਰੱਖਿਆ ਕਿਹੜੀ ਹੋਏਗੀ? ਆਖੋ ਸਤਨਾਮ। ਉਹ ਚੀਜ਼ ਦਾ ਮੁੱਲ ਹੈ ਕੋਈ? ਇਹਨੂੰ ਕਹਿੰਦੇ ਜੇ ਧੌਲ ਧਰਮ ਜਿੰਨੇ ਮੇਰੇ ਵੀਰ ਭੈਣਾ, ਮੈਂ ਬੇਨਤੀ ਕਰਾਂਗਾ ਦਸਵੰਧ ਕੱਢਿਆ ਕਰੋ। ਕੱਢਣ ਤੋਂ ਬਾਅਦ ਫਿਰ ਸੋਚੋ ਲਾਣਾ ਕਿੱਥੇ ਹੈ। ਇਹ ਮੈਂ ਮਹਾਰਾਜ ਦੀ ਹਜ਼ੂਰੀ ਕਹਿ ਰਿਹਾ। ਅਗਰ ਤੁਹਾਡੇ ਇਲਾਕੇ 'ਚ ਕੋਈ ਵਿਧਵਾ ਬੀਬੀ ਏ, ਪਤੀ ਨਹੀਂ, ਬੱਚੇ ਛੋਟੇ ਨੇ, ਅਗਰ ਤੁਸੀਂ ਉਹਨੂੰ 200-400 ਦੀਆਂ ਕਿਤਾਬਾਂ ਬੱਚੇ ਦੇ ਪੜ੍ਹਨ ਲਈ ਲੈ ਦਿੰਦੇ ਹੋ, ਉਹਦੇ ਘਰ ਕੋਈ ਰਾਸ਼ਨ ਦਾ ਸਹਾਰਾ ਬਣ ਜਾਂਦੇ ਹੋ। ਉਹ ਵਿਧਵਾ, ਬੱਚੇ ਛੋਟੇ ਨੇ। ਮੈਂ ਗੁਰੂ ਦੀ ਹਜ਼ੂਰੀ 'ਚ ਕਹਿਣਾ, ਜਦੋਂ ਚੌਲ ਖਾਂਦੀ ਏ, ਦਾਲ ਰਾਤ ਨੂੰ ਬੱਚੇ ਖਾਂਦੇ, ਇੱਕ ਇੱਕ ਦਾਣੇ ਦੀ ਅਸੀਸ ਤੁਹਾਡੇ ਘਰ ਪਹੁੰਚਦੀ। ਆਹ ਹੈ ਗਊ ਗਰੀਬ ਦੀ ਰਾਖੀ। ਇਹ ਕਿੰਨੇ ਸੜਕਾਂ ਦਿੱਤੀਆਂ ਮਹਾਰਾਜ, ਕਿਵੇਂ ਚੱਲੀਏ? ਕਲਗੀਧਰ ਬਾਬਾ ਦੀਪ ਸਿੰਘ ਜੀ ਕਹਿ ਰਹੇ ਸਾਡਾ ਭਲਾ ਕਰਦੇ ਪਏ। ਆਖੋ ਸਤਨਾਮ। ਦੂਜਾ ਵਚਨ ਬਾਬਾ ਜੀ ਗਊ ਗਰੀਬ ਦੀ ਰਾਖੀ ਕਰ, ਰਾਖੀ ਕਰ। ਕਹਿੰਦੇ ਕੋਲ ਕੋਈ ਮੰਦਿਰ ਸੀ। ਇਹ ਜਿਹੜੀ ਦਿੱਲੀ ਦੀ ਗੱਲ ਮੈਂ ਪੂਰੀ ਕਰਨਾ ਤੇ ਸਮਾਪਤੀ ਹੈ। 3 ਵਚਨ ਫੇਰ ਧਾਰ ਰਹਿ ਜਾਏਗਾ ਤੁਹਾਡੇ ਨਾਲ। ਫੇਰ ਆਵਾਂਗੇ, ਖਾਤਾ ਖੋਲਾਂਗੇ। ਹੁਣੇ ਮੈਨੂੰ ਝਟਕਾਂ ਦਿੰਦੇ ਪਏ ਸੀ, ਪਤਾ ਨਹੀਂ 2.5 ਸਾਲ ਹੋ ਗਏ ਕਿ 1.5 ਸਾਲ ਹੋ ਗਿਆ। ਅਸੀਂ ਘਰ ਦੇ ਗਏ ਹਾਂ, ਸਾਨੂੰ ਜਦੋਂ ਮਰਜ਼ੀ ਕਹੋ, ਗੱਲ ਹੀ ਕੋਈ ਨਹੀਂ। ਆਖੋ ਸਤਨਾਮ। ਤੇ ਬਾਬਾ ਜੀ ਮਿਹਰ ਕਰਨ। ਸਿਰਫ ਇੰਨਾ ਹੀ ਹੈ ਵੀ ਜਿਹੜੇ ਸਾਲ ਦੇ ਦਿਨ 365 ਹੈ ਉਹ ਕਿਤੇ ਲੰਬੇ ਕਰ ਦਿਓ। ਫਿਰ ਦਿਨ 365 ਹੀ ਨੇ। ਜੇ ਬਰੇਲੀ ਜਾਵਾਂਗੇ ਤੇ ਇੱਥੇ ਦੀ ਬ੍ਰੇਕ ਵੱਜੇਗੀ, ਜੇ ਰਾਏ ਬਰੇਲੀ ਜਾਵਾਂਗੇ ਤੇ ਬਰੇਲੀ ਦੀ ਬ੍ਰੇਕ ਵੱਜੇਗੀ, ਜੇ ਲਖਨਊ ਜਾਵਾਂਗੇ ਤੇ ਦਿੱਲੀ ਦੀ ਬ੍ਰੇਕ ਵੱਜੇਗੀ। ਵੀ ਹੈ ਤੇ ਸਾਰੇ ਬਨੇ ਤੁਸੀਂ ਹੋਈ ਹੋ। ਆਖੋ ਸਤਨਾਮ। ਕਹਿੰਦੇ ਕੋਲ ਮੰਦਿਰ ਸੀ। ਸੰਤ ਬਾਬਾ ਕਰਮ ਸਿੰਘ ਨੇ ਉਹ ਬੀਬੀ ਨੂੰ ਮੰਦਿਰ 'ਚ, ਬੱਚੇ ਨੂੰ ਵੀ ਮੰਦਿਰ 'ਚ ਪਾਇਆ ਤੇ ਜਿੰਨਾ ਸਮਾਨ ਸੀ ਨਾ ਉਹ ਸਾਰਾ ਕੋਲ ਰੱਖਿਆ। ਤੇ ਕਹਿੰਦੇ ਚੰਗਾ ਬੀਬੀ ਆਗਿਆ ਦਿਓ, ਆਗਿਆ ਦਿਓ। ਕਹਿੰਦੇ ਬੀਬੀ ਦੇ ਚੁੰਨੀ ਦੇ ਨਾ ਨੁੱਕਰ ਵਿੱਚ ਕਿਤੇ ਕੇਸਰ ਵੱਜਾ ਸੀ। ਉਹਨੇ ਬਰਤਨ ਲਿਆ, ਮੰਦਿਰ 'ਚ ਬੈਠੇ ਕੇਸਰ ਉਹਦੇ 'ਚ ਪਾ ਕੇ ਨਾ ਫਟਾਫਟ ਘੋਲਿਆ। ਤੇ ਬਾਬਾ ਕਰਮ ਸਿੰਘ ਜੀ ਕਹਿੰਦੇ ਚੰਗਾ ਬੀਬੀ ਆ ਗਿਆ। ਵੇਖੋ ਕੰਮ ਹੋ ਗਿਆ, ਪਕੜ ਖਤਮ। ਆਪਣੀ ਜਗ੍ਹਾ ਨਹੀਂ ਬਣਾਈ, ਪਰਉਪਕਾਰ ਕਰਕੇ ਜਗ੍ਹਾ ਖਤਮ ਕਰਦਾ ਕਰੋ। ਇਹ ਜਗ੍ਹਾ ਬਣਾ ਲਓ, ਫਿਰ ਉਹ ਗੱਲ ਨਹੀਂ ਆਨੰਦ ਨਹੀਂ।
ਵੀ ਮੈਂ ਤੈਨੂੰ ਦਿੱਤਾ, ਉਹ ਤਾਂ ਗੱਲ ਖਤਮ। ਜਗ੍ਹਾ ਨਹੀਂ ਬਣਾਣੀ, ਉਹ ਤਾਂ ਮੈਨੂੰ ਵਾਪਸ ਕੀ ਆਏਗਾ ਬਲਾਵ, ਇਹ ਨਹੀਂ। ਇਹਦਾ ਮੈਂ ਪਰਉਪਕਾਰ ਕੀਤਾ, ਹੁਣ ਇਹਨੇ ਮੈਨੂੰ ਕੀ ਕਰਨਾ, ਉਹ ਨਹੀਂ। ਕਰਕੇ ਭੁੱਲ ਜਾਓ, ਪਕੜਨੀ। ਚੰਗਾ ਬੀਬੀ ਕਹਿੰਦੇ 25 ਕੁ ਕਦਮ ਅੱਗੇ ਗਏ ਬਾਬਾ ਕਰਮ ਸਿੰਘ ਜੀ ਤੇ ਭਾਈ ਲਾਲ ਸਿੰਘ ਜੀ, ਫੌਜ ਦੀ ਵਰਦੀ। ਉਹ ਬੀਬੀ ਦੂਰੋਂ ਆਵਾਜ਼ ਮਾਰਦੀ ਏ, ਉਹ ਰਾਜ ਤਪਸਵੀ, ਉਹ ਰਾਜ ਤਪਸਵੀ, 1 ਮਿੰਟ ਰੁਕ ਜਾ। ਕਹਿੰਦੇ ਜਿਹੜਾ ਕੇਸਰ ਘੋਲਿਆ ਨਾ, ਉਹ ਪਿਆਰ ਦੇ ਵਿੱਚ ਉਹ ਬੀਬੀ ਨੇ ਆਉਂ ਲਾ ਕੇ ਨਾ ਉਹਦਾ ਕੇਸਰ ਦਾ ਪਿਆਰ, ਤੇ ਕਹਿੰਦੀ ਉਹ ਤਪਸਵੀ ਰਾਜਿਆਂ, ਅੱਜ ਇੱਕ ਪੁੱਤਰ ਤੇ ਮਾਂ ਦੀ ਜੱਫੀ ਪਵਾ ਕੇ ਪੁੱਤਰ ਨੂੰ ਬਚਾ ਕੇ ਜਿਹੜੀ ਮੇਰੇ ਦਿਲ ਨੂੰ ਠੰਡ ਪਾਈ ਆ, ਉਹ ਬੀਬੀ ਦੇ ਬਚਨ ਲਿਖੇ ਸਾਖੀ 'ਚ, ਜਿਹੜੀ ਅੱਜ ਮੇਰੇ ਦਿਲ ਨੂੰ ਠੰਡ ਪਾਈ ਆ, ਵਾਹਿਗੁਰੂ ਤੁਹਾਨੂੰ ਇੰਨੀ ਚੜ੍ਹਦੀ ਕਲਾ ਬਖਸ਼ੇ ਕਿ ਤੇਰੇ ਦਰਸ਼ਨ ਕਰਕੇ ਜਗਤ ਨੂੰ ਠੰਡ ਪਿਆ ਕਰੇਗੀ। ਓ ਨਿਹਾਲ ਸਤਿ ਸ੍ਰੀ ਅਕਾਲ। ਇਹ ਕੀ ਹੈ? ਇਹ ਪੜਿਓ ਬਾਬਾ ਕਰਮ ਸਿੰਘ ਦਾ ਇਤਿਹਾਸ। 2 ਦਿਨ ਦਾ ਗਦਰ ਹੋਇਆ, ਇਹ ਉਦੋਂ ਦੀ ਵਾਰਤਾ। ਜਦੋਂ ਘਰ ਗਏ ਸਾਰੇ ਮਹੱਲੇ ਵਾਲੇ, ਹੋਰ ਕਈ ਪਰਿਵਾਰ ਆ ਗਏ। ਕਰਮ ਸਿੰਘ ਤੂੰ ਕੀ ਲੁੱਟ ਕੇ ਲਿਆਇਆ, ਤੂੰ ਕੀ ਲੁੱਟ ਕੇ ਲਿਆਇਆ? ਕੋਈ ਫਾਜੀ ਕੁਝ ਲਿਆਇਆ, ਕੋਈ ਫੌਜੀ ਕੁਝ ਲਿਆਇਆ। ਤੇ ਬਾਬਾ ਕਰਮ ਸਿੰਘ ਜੀ ਹੱਸ ਕੇ ਕਹਿੰਦੇ ਮਾਂ ਮੈਂ ਕਲਗੀਧਰ ਮਹਾਰਾਜ ਦੀ ਸਿੱਖੀ ਲੁੱਟ ਕੇ ਲਿਆਇਆ। ਆਖੋ ਸਤਨਾਮ। ਉਹ ਸਿੱਖੀ ਕੀ ਹੈ? ਗਊ ਗਰੀਬ ਦੀ ਰਾਖੀ ਕਰਨੀ। ਇਹ 2 ਵਚਨ ਸਾਂਝੇ ਹੋਏ ਨੇ ਬਾਬਾ ਜੀ ਨੇ। ਟੋਟਲ 5 ਵਚਨ ਕਲਗੀਧਰ ਮਹਾਰਾਜ ਜੀ ਨੇ ਦਿੱਤੇ ਬਾਬਾ ਦੀਪ ਸਿੰਘ ਜੀ ਨੂੰ, ਜਿਨ੍ਹਾਂ 'ਚੋਂ 2 ਸਾਂਝੇ ਹੋਏ ਆ। ਕੋਈ ਗੁਣ ਮਿਲੇ ਆਪ ਜੀ ਘਰ ਲੈ ਕੇ ਜਾਣਾ, ਤਾਂ ਕਿ ਤੁਹਾਡਾ ਗੁਰੂ ਦੀ ਹਜ਼ੂਰੀ 'ਚ ਬੈਠਿਆ ਸਮਾਂ ਸਫਲ ਹੋਵੇ। ਆਓ ਬੜੇ ਪਿਆਰ ਨਾਲ ਪੜ੍ਹ ਕੇ ਸਮਾਪਤੀ ਹੈ ਜੀ। ਸਾਰੇ ਕਿਰਪਾ ਕਰਿਓ ਜੀ। ਪੂਰੇ ਗੋਰ ਕਾ ਸੋਨੇ ਉਪਦੇਸ਼, ਸੋਨੇ ਉਪਦੇਸ਼, ਸਾਰੇ ਬੋਲੋ ਜੀ ਪੂਰੇ